ਬੇਅੰਤ ਵੱਡੀ ਗਿਣਤੀ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜੁੜੀ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਵਾਨਾਂ ਤੋਂ ਵੀਰ ਰਸੀ ਕਥਨ, ਵੀਰ ਰਸੀ ਵਾਰਾਂ, ਵੀਰ ਰਸੀ ਵਿਖਿਆਨ ਸੁਣੇ। ਮੈਂ ਜਿੰਨਾ ਕੁ ਥੋੜ੍ਹਾ ਸਮਾਂ ਮਿਲਿਆ ਉਹਦੇ 'ਚ ਸ਼ਾਂਤ ਰਸ ਵਰਤਾਂ। ਸ਼ਾਇਦ ਉਮਰ ਦਾ ਫਰਕ ਹੋਵੇ, ਮੇਰੀ ਉਮਰ ਹੁਣ 42 ਰਹੀ ਨਹੀਂ। ਜਿਹੋ ਜਿਹਾ ਵੀ ਕੁਛ ਮੇਰੇ ਕੋਲ ਹੋਇਆ ਉਹ ਪ੍ਰਸ਼ਾਦ ਰੂਪ ਸਮਝ ਕੇ ਆਪ ਜੀ ਦੇ ਵਿੱਚ ਵੰਡਾਂਗਾ, ਮਨਜ਼ੂਰ ਕਰਨਾ। ਹੁਣੀ ਭਾਈ ਸਾਹਿਬ ਗੱਲ ਕਰਕੇ ਗਏ ਸੀ, ਸਿੱਖ ਦਾ ਈਮਾਨ ਗੁਰੂ ਮਹਾਰਾਜ 'ਚ ਕਿਹੋ ਜਿਹਾ ਡੂੰਘਾ ਹੋਣਾ ਚਾਹੀਦਾ। ਤਾਂ ਮੈਨੂੰ ਸਾਖੀ ਯਾਦ ਆਈ ਗੁਰੂ ਨਾਨਕ ਦੇਵ ਜੀ ਦੀ। ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਜੀ ਕਹਿੰਦੇ, ਬਾਬਾ ਭੁੱਖ ਲੱਗੀ ਹੋਈ ਹੈ, ਕੁਛ ਖਾਣ ਨੂੰ ਮਿਲੇ। ਸਾਖੀ ਦੇ ਬੋਲ ਨੇ ਸਾਧ ਸੰਗਤ, ਬਾਬੇ ਕਹਿਆ ਉਹ ਦਰਖਤਾਂ ਨਾਲ ਮਠਿਆਈਆਂ ਲਟਕਦੀਆਂ ਤਾਂ ਹਨ, ਤੋੜੋ ਤੇ ਖਾਓ। ਭਾਈ ਮਰਦਾਨਾ ਜੀ ਇਹ ਨਹੀਂ ਕਹਿੰਦੇ ਕਿ ਭੁੱਖਿਆਂ ਨੂੰ ਮਜ਼ਾਕ ਕਿਉਂ ਕਰਦੇ ਹੋ। ਭਾਈ ਮਰਦਾਨਾ ਜੀ ਦਾ ਉੱਤਰ, ਮਹਾਰਾਜ ਮਠਿਆਈਆਂ ਲੱਗੀਆਂ ਹੋਈਆਂ ਹਨ, ਤੁਸਾਂ ਨੂੰ ਦਿਸ ਰਹੀਆਂ ਹਨ, ਸਾਨੂੰ ਵੀ ਉਹ ਨਜ਼ਰ ਤਾਂ ਮਿਲੇ ਜਿਹੜੀ ਤੁਸਾਂ ਪਾਸ ਹੈ। ਇਹ ਹੈ ਬੰਦਗੀ। ਇਹ ਬੰਦਗੀ ਤਿੰਨ ਕਰਮਾਂ ਵਾਲੇ ਮਹਾਂਪੁਰਖਾਂ ਨੇ ਕੀਤੀ। ਆਪਾਂ ਸਾਰਿਆਂ ਤੋਂ ਵੱਧ 550 ਸਾਲ ਦਾ ਸਮਾਂ ਹੈ ਆਪਣੇ ਇਤਿਹਾਸ ਦਾ। ਉਹਦੇ ਵਿੱਚ ਤਿੰਨ ਮਹਾਂਪੁਰਖ, ਇੱਕ ਰਾਏ ਬੁਲਾਰ ਖਾਨ ਸਾਹਿਬ, ਬੇਬੇ ਨਾਨਕੀ ਜੀ ਤੇ ਭਾਈ ਮਰਦਾਨਾ ਜੀ। ਇਹ ਬਾਕੀਆਂ ਨਾਲੋਂ ਵੱਖ ਨੇ, ਆਪਣੇ ਸਾਰਿਆਂ ਨਾਲੋਂ ਵੱਖ ਨੇ। ਗੱਲਾਂ ਕਰਾਂਗੇ ਆਪਾਂ ਇਹਨਾਂ ਮਹਾਂਪੁਰਖਾਂ ਦੀਆਂ, ਆਪਸ ਦੇ ਵਿੱਚ ਸੰਜੋਗਾਂ ਦੀਆਂ, ਸੰਬੰਧਾਂ ਦੀਆਂ, ਇੱਕ ਦੂਸਰੇ ਨੂੰ ਸਮਝਣ ਦੇ ਯਤਨ ਕਰਨ ਦੀਆਂ। ਲੇਕਿਨ 850 ਸਾਲਾ ਉਰਸ ਬਾਬਾ ਫਰੀਦ ਦਾ ਵੀ ਜਹਾਨ ਮਨਾ ਰਿਹਾ। ਮੈਨੂੰ ਵੀ ਸੱਦਾ ਮਿਲਿਆ 2 ਹਫ਼ਤੇ ਪਹਿਲਾਂ। ਮੈਂ ਤਿਆਰੀ ਕਰਕੇ ਗਿਆ, ਬਾਬਾ ਜੀ ਬਾਰੇ ਸਮੱਗਰੀ ਇਕੱਤਰ ਕੀਤੀ। ਇੱਕ ਸਾਖੀ ਬਾਬਾ ਫਰੀਦ ਜੀ ਦੀ ਮੰਗਲਾਚਰਨ ਵਜੋਂ ਆਪ ਜੀ ਦੇ ਚਰਨਾਂ ਵਿੱਚ ਰੱਖ ਕੇ ਫਿਰ ਆਪਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠਾਂਗੇ। ਬਾਬਾ ਫਰੀਦ ਜੀ ਸਭ ਤੋਂ ਪੁਰਾਣੇ ਬਾਣੀਕਾਰ ਨੇ ਆਪਣੇ। ਇਹ ਵੀ ਆਪਾਂ ਜ਼ਿਕਰ ਕਰਾਂਗੇ ਕਿ ਬਾਬਾ ਫਰੀਦ ਪਹਿਲਾਂ ਹੋਏ ਗੁਰੂ ਨਾਨਕ ਦੇਵ ਜੀ ਤੋਂ, ਲੇਕਿਨ ਉਹਨਾਂ ਦੀ ਬਾਣੀ ਇੰਨੀ ਸੌਖੀ ਕਿਉਂ ਹੈ ਫਿਰ? ਗੁਰੂ ਨਾਨਕ ਦੇਵ ਜੀ ਮਝੈਲ ਸਨ, ਮਝੈਲਾਂ ਵਾਲੀ ਬੋਲੀ ਬਾਬਾ ਫਰੀਦ ਦੀ ਤਾਂ ਹੈਗੀ, ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ। ਇਹ ਵੀ ਜ਼ਿਕਰ ਕਰਾਂਗੇ। ਬਾਬਾ ਫਰੀਦ ਜੀ ਦੀ ਬਚਪਨ ਦੀ ਇੱਕ ਸਾਖੀ ਜਿਹੜੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ। ਮਾਣਯੋਗ ਸਾਧ ਸੰਗਤ, ਇਹ ਤਾਂ ਆਪਾਂ ਸੁਣਦੇ ਆਏ ਹਾਂ, ਮੰਨਦੇ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਗੁਰੂਆਂ ਦੀ ਤੇ ਭਗਤਾਂ ਦੀ, ਇਹਨਾਂ 'ਚ ਕੋਈ ਫਰਕ ਨਹੀਂ ਹੈ। ਸ੍ਰੇਸ਼ਟ ਸਰਬੋਤਮ ਖਜ਼ਾਨਾ ਹੈ ਦੁਨੀਆ ਦਾ। ਲੇਕਿਨ ਜਦੋਂ ਆਪਾਂ ਭਗਤਾਂ ਦਾ, ਸੂਫੀਆਂ ਦਾ ਜੀਵਨ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿ ਗੁਰੂ ਸਾਹਿਬਾਨ ਦਾ ਤੇ ਭਗਤਾਂ ਦੇ ਜੀਵਨ ਦਾ ਵੀ ਕੋਈ ਫਰਕ ਨਹੀਂ। ਉਹੀ ਸੰਜਮ, ਉਹੀ ਬੰਦਗੀ, ਉਹੀ ਭਰੋਸਾ ਜਿਹੜਾ ਗੁਰੂਆਂ ਨੇ ਸਾਨੂੰ ਕਰਨਾ ਸਿਖਾਇਆ ਤੇ ਆਪ ਕੀਤਾ। ਬਾਬਾ ਫਰੀਦ ਜੀ 8 ਸਾਲ ਦੀ ਉਮਰ ਸੀ, ਗਲੀ 'ਚ ਹਮ ਉਮਰ ਬੱਚਿਆਂ ਨਾਲ ਖੇਡ ਰਹੇ ਸਨ। ਗਲੀ ਦੀਆਂ ਖੇਡਾਂ ਜਿਵੇਂ ਆਪਣੇ ਬੱਚੇ, ਆਪਾਂ ਵੀ ਖੇਡਦੇ ਰਹੇ, ਹੁਣ ਸਾਡੇ ਬੱਚੇ ਖੇਡਦੇ ਨੇ। ਇੱਕ ਫਕੀਰ ਲੰਘਿਆ ਉੱਥੋਂ ਬੱਚਿਆਂ ਦੇ ਲਾਗਿਓਂ ਦੀ, ਕਿਸੇ ਬੱਚੇ ਨੇ ਕੋਈ ਧਿਆਨ ਨਹੀਂ ਦਿੱਤਾ। ਬਾਬਾ ਫਰੀਦ ਜੀ ਨੇ ਖੇਡ ਰੋਕੀ, ਪਿੱਛੇ ਹਟੇ, ਦੂਰ ਹੋ ਕੇ ਸਲਾਮ ਅਰਜ਼ ਕੀਤੀ। ਉਹ ਫਕੀਰ ਬੜਾ ਖੁਸ਼ ਹੋਇਆ ਵੀ ਬਾਕੀ ਬੱਚਿਆਂ ਤੋਂ ਵੱਖਰਾ ਹੈ ਬੱਚਾ, ਮੇਰਾ ਆਦਰ ਕੀਤਾ। ਆਪਣੇ ਚੋਲੇ ਦੀ ਜੇਬ 'ਚ ਹੱਥ ਪਾਇਆ, ਇੱਕ ਅਨਾਰ ਕੱਢ ਕੇ ਦੇ ਦਿੱਤਾ। ਕਹਿੰਦੇ ਲਓ ਬੇਟਾ ਖਾਓ। ਬੱਚਾ ਫਰੀਦ ਕਹਿੰਦਾ, ਬਾਬਾ ਜੀ ਰੋਜ਼ਿਆਂ ਦੇ ਦਿਨ ਨੇ, ਮੈਂ ਰੋਜ਼ਾ ਰੱਖਿਆ ਹੋਇਆ, ਅੱਜ ਦਾ ਰੋਜ਼ਾ ਇਹਦੇ ਦਾਣਿਆਂ ਨਾਲ ਖੋਲਾਂਗੇ ਅਸੀਂ ਸਾਰਾ ਪਰਿਵਾਰ। ਅਸੀਸ ਮਿਲੀ, ਬੱਚਾ ਘਰ ਆਇਆ, ਦਾਣਾ ਮਾਂ ਨੂੰ, ਅਨਾਰ ਦਾ ਫਲ ਮਾਂ ਨੂੰ ਦਿੱਤਾ ਤੇ ਕਿਹਾ ਕਿ ਸ਼ਾਮ ਦਾ ਰੋਜ਼ਾ ਅੱਜ ਇਹਦੇ ਦਾਣਿਆਂ ਨਾਲ ਖੋਲਾਂਗੇ। ਮਾਂ ਕਹਿੰਦੀ ਜਦੋਂ ਸ਼ਾਮ ਹੋਈ, ਰੋਜ਼ਾ ਖੋਲ੍ਹਣ ਦਾ ਵਕਤ ਆਇਆ, ਨਮਾਜ਼ ਪੜ੍ਹੀ, ਬੱਚੇ ਆਪਣੇ ਹੱਥਾਂ ਨਾਲ ਵੰਡ, ਕਿਸੇ ਨੂੰ 2 ਦਾਣੇ, ਕਿਸੇ ਨੂੰ 4 ਦਾਣੇ, ਇਸ ਤਰ੍ਹਾਂ ਵੰਡਦਿਆਂ ਬਾਬਾ ਫਰੀਦ ਜੀ ਵਾਸਤੇ ਖੁਦ ਲਈ 1 ਦਾਣਾ ਬਚਿਆ ਕੇਵਲ। ਉਹ ਦਾਣਾ ਖਾਧਾ
ਮਨ ਆਨੰਦ 'ਚ ਆਇਆ। ਇਹੋ ਜਿਹਾ ਆਨੰਦ ਕਦੀ ਅਨੁਭਵ ਨਹੀਂ ਹੋਇਆ ਸੀ। ਜਦੋਂ ਆਨੰਦ ਆਇਆ, ਮਨ ਉੱਚੀ ਅਵਸਥਾ 'ਚ ਚਲਾ ਗਿਆ। ਸੋਚਣ ਲੱਗੇ, ਮੈਂ ਮੂਰਖਾਂ ਵਾਂਗ ਇਹ ਖਜ਼ਾਨਾ ਸਾਰਿਆਂ 'ਚ ਐਵੇਂ ਵੰਡ ਦਿੱਤਾ। ਜੇ ਸਾਰੇ ਦਾਣੇ ਮੈਂ ਖਾ ਲੈਂਦਾ ਤਾਂ ਮੈਨੂੰ ਕਿੰਨਾ ਆਨੰਦ ਆਉਣਾ ਸੀ, ਕਿੰਨਾ ਸਵਾਬ ਮਿਲਣਾ ਸੀ, ਕਿੰਨਾ ਪੁੰਨ ਖੱਟਣਾ ਸੀ। ਬੇਚੈਨੀ ਰਹੀ ਰਾਤ ਨੂੰ। ਸਵਖਤੇ ਉੱਠਿਆ, ਗੁਆਂਢੀਆਂ ਤੋਂ ਪੁੱਛਣ ਫਿਰ ਲੱਗਾ ਕਿ ਉਹ ਬਾਬਾ ਜਿਹੜਾ ਸ਼ਾਮੀ ਲੰਘਿਆ ਸੀ ਕੱਲ, ਉਹ ਕਿਤੇ ਹੋਰ ਚਲਾ ਗਿਆ ਕਿ ਆਪਣੇ ਪਿੰਡ ਹੀ ਹੈ। ਖਬਰ ਮਿਲੀ ਕਿ ਪਿੰਡ ਤੋਂ ਬਾਹਰ ਦਰਖਤ ਹੇਠਾਂ ਡੇਰਾ ਲਾਈ ਬੈਠੇ ਨੇ, ਇੱਥੇ ਹੀ ਰਹੇ ਸੀ ਰਾਤ। ਲੱਭ ਕੇ ਸਾਈਂ ਬਖਤਿਆਰ ਕਾਕੀ ਸਨ। ਸਾਈਂ ਬਖਤਿਆਰ ਦੇ ਦੀਦਾਰ ਕੀਤੇ, ਚਰਨ ਛੂਹੇ ਤੇ ਆਪਣੇ ਦਿਲ ਦੀ ਗੱਲ ਦੱਸੀ। ਬਾਬਾ ਜੀ, ਤੁਸੀਂ ਮੈਨੂੰ ਪ੍ਰਸੰਨ ਹੋ ਕੇ ਅਨਾਰ ਦਿੱਤਾ ਸੀ, ਉਹ ਮੈਂ ਹੋਰਾਂ ਨੂੰ ਵੰਡ ਦਿੱਤਾ। ਆਪਣੇ ਖਾਣ ਲਈ ਮੇਰੇ ਲਈ ਇੱਕ ਦਾਣਾ ਬਚਿਆ, ਜਿਹਨੂੰ ਖਾ ਕੇ ਮਨ ਆਨੰਦਿਤ ਅਵਸਥਾ 'ਚ ਆਇਆ। ਹੁਣ ਮੈਨੂੰ ਪਛਤਾਵਾ ਹੋਇਆ ਕਿ ਮੈਂ ਸਾਰੇ ਦਾਣੇ ਖੁਦ ਕਿਉਂ ਨਹੀਂ ਖਾਧੇ, ਤੁਸੀਂ ਮੈਨੂੰ ਸਾਰਾ ਦਿੱਤਾ ਸੀ। ਅਸੀਸ ਦੇ ਕੇ ਸਾਈਂ ਬਖਤਿਆਰ ਕਹਿੰਦੇ, ਬੱਚਾ ਕੀ ਨਾਂ ਹੈ ਤੁਹਾਡਾ? ਕਹਿੰਦੇ ਜੀ ਫਰੀਦ। ਫਰੀਦ ਬੇਟਾ, ਸੰਸਾਰ 'ਚ ਅੱਜ ਤੱਕ ਲੱਖਾਂ ਰੁੱਤਾਂ ਆਈਆਂ, ਰੱਬ ਨੇ ਬਣਾਈਆਂ। ਲੱਖਾਂ ਰੁੱਤਾਂ 'ਚੋਂ ਸਾਰੀਆਂ ਨਹੀਂ, ਕੋਈ ਕੋਈ ਰੁੱਤ ਕਰਮਾਂ ਵਾਲੀ ਹੁੰਦੀ ਹੈ। ਕਰਮਾਂ ਵਾਲੀ ਰੁੱਤ 'ਚ ਲੱਖਾਂ ਫਲ ਲੱਗਦੇ ਨੇ ਰੁੱਖਾਂ ਨੂੰ, ਸਾਰੇ ਫਲ ਕਰਮਾਂ ਵਾਲੇ ਨਹੀਂ ਹੁੰਦੇ, ਕੋਈ ਕੋਈ ਫਲ। ਇੱਕ ਅਨਾਰ 'ਚ ਸੈਂਕੜੇ ਦਾਣੇ ਨੇ, ਸਾਰੇ ਦਾਣੇ ਕਰਮਾਂ ਵਾਲੇ ਨਹੀਂ ਹੁੰਦੇ। ਇੱਕ ਦਾਣਾ ਜਿਹੜਾ ਅੱਲਾ ਪਰਵਰਦਗਾਰ ਨੇ ਆਪ ਬਣਾਇਆ ਸੀ ਤੇ ਤੇਰੇ ਲਈ ਬਣਾਇਆ ਸੀ, ਉਹੀ ਤੈਨੂੰ ਨਸੀਬ ਹੋਇਆ। ਸ਼ੁਕਰਾਨਾ ਕਰ, ਕਦੀ ਪਛਤਾਵਾ ਨਹੀਂ ਕਰਨਾ। ਜੋ ਤੇਰੇ ਲੇਖਾਂ 'ਚ ਲਿਖਿਆ ਹੋਇਆ ਸੀ ਉਹ ਖਾਸ ਸੀ, ਕਿਉਂਕਿ ਤੂੰ ਖਾਸ ਬੱਚਾ ਹੈ। ਬਚਪਨ 'ਚ ਬਾਬਾ ਫਰੀਦ ਨੇ ਬੇਨਤੀ ਕੀਤੀ, ਜੀ ਮੈਨੂੰ ਤੁਸੀਂ ਆਪਣੇ ਆਸ਼ਰਮ 'ਚ ਆਪਣੇ ਸਿਲਸਿਲੇ 'ਚ ਦਾਖਲ ਕਰ ਲਓ। ਅਸੀਸ ਦਿੱਤੀ ਸਾਈਂ ਬਖਤਿਆਰ ਨੇ, ਪੁੱਤਰ ਹਲੇ ਪੜ੍ਹਾਈ ਲਿਖਾਈ ਕਰੋ, ਦੁਨੀਆਦਾਰੀ ਦੀ ਵਿੱਦਿਆ ਸਿੱਖੋ ਪਹਿਲੋਂ, ਫਿਰ ਜਦੋਂ ਤੁਸੀਂ ਵਿੱਦਿਆ ਦੁਨੀਆਦਾਰੀ ਦੀ ਸਿੱਖ ਗਏ ਫਿਰ ਅਸੀਂ ਤੁਹਾਨੂੰ ਰੂਹਾਨੀਅਤ ਦੀ ਵਿੱਦਿਆ ਦੇਵਾਂਗੇ, ਹਾਲੇ ਨਹੀਂ। ਮਾਨਯੋਗ ਸਾਧ ਸੰਗਤ, ਇਹ ਹੈ ਬਚਪਨ, ਇਹ ਹੈ ਫਕੀਰੀ, ਜਿਹੜੀ ਛੋਟੀ ਉਮਰ ਦੇ ਵਿੱਚ ਹੀ ਬਾਬਾ ਫਰੀਦ ਜੀ ਨੂੰ ਨਸੀਬ ਹੋ ਗਈ ਸੀ। ਹੁਣ ਅਗਲੀ ਗੱਲ, ਬਾਬਾ ਫਰੀਦ ਜੀ ਦੀ ਬਾਣੀ ਸੌਖੀ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹਾ ਨ ਉਪਜੈ ਸੋ ਤਨ ਜਾਣ ਮਸਾਨ। ਫਰੀਦਾ ਚਿੰਤ ਖਟੋਲਾ ਬਾਣ ਦੁਖ, ਬਿਰਹੋਂ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਐਂ ਲੱਗਦਾ ਹੈ ਜਿਵੇਂ ਬਾਣੀ ਅੱਜ ਰਚੀ ਹੈ, ਆਪਣੇ ਬੋਲ ਆਪਣੇ ਦਿਲਾਂ 'ਚ ਅਸਰ ਕਰਨ ਵਾਲੇ, ਸਮਝ ਆਉਣ ਵਾਲੇ। ਗੁਰੂ ਨਾਨਕ ਦੇਵ ਜੀ ਦੀ ਬੋਲੀ ਪੰਜਾਬੀ ਨਹੀਂ ਹੈ, ਬਾਣੀ ਦੀ ਸਾਧ ਭਾਖਾ ਹੈ। ਕਿਉਂ? ਬਾਬਾ ਫਰੀਦ ਜੀ ਦਾ ਸਰੋਤਾ ਪਰਿਵਾਰ ਸੀ ਜਿਹੜਾ, ਉਹ ਪੰਜਾਬ ਸੀ। ਗੁਰੂ ਨਾਨਕ ਦੇਵ ਜੀ ਦਾ ਸਰੋਤਾ ਪਰਿਵਾਰ ਹਿੰਦੁਸਤਾਨ ਸੀ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਾਧ ਭਾਖਾ ਦੀ ਵਰਤੋਂ ਕੀਤੀ ਹੈ, ਇਹ ਉਹਨਾਂ ਜ਼ਮਾਨਿਆਂ ਦੇ ਵਿਦਵਾਨਾਂ ਦੀ ਬੋਲੀ ਸੀ, ਜਿਸ ਸਦਕਾ ਆਪਣੀ ਗੱਲ, ਆਪਣਾ ਕਥਨ ਸਾਰੇ ਹਿੰਦੁਸਤਾਨ ਵੀ ਵੱਡਾ, ਉਹਦੇ ਵਿੱਚ ਬੰਗਲਾਦੇਸ਼, ਉਹਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ ਦੀਆਂ ਜੜ੍ਹਾਂ, ਬਾਬਾ ਜੀ ਤਾਂ ਕੁੱਲ ਏਸ਼ੀਆ 'ਚ ਘੁੰਮੇ ਸਨ। ਇਸ ਕਰਕੇ ਉਹਨਾਂ ਦੇ ਸਰੋਤਿਆਂ ਦਾ ਦਾਇਰਾ ਸੀ ਜਿਹੜਾ, ਇਹ ਬਹੁਤ ਵੱਡਾ ਸੀ। ਇਸ ਕਰਕੇ ਉਹਨਾਂ ਨੇ ਆਪਣੀ ਜ਼ਬਾਨ, ਇਹਨੂੰ ਸਾਧ ਭਾਸ਼ਾ ਵੀ ਆਖਿਆ ਜਾਂਦਾ ਹੈ, ਇਹਨੂੰ ਬ੍ਰਜੀ ਦੇ ਨੇੜੇ ਵੀ ਸਮਝਿਆ ਜਾਂਦਾ ਹੈ, ਲੇਕਿਨ ਸੀ ਐਕੈਡੈਮਿਕ ਲੈਂਗੁਏਜ, ਪੜ੍ਹੇ ਲਿਖਿਆਂ ਦੀ ਬੋਲੀ। ਇਸ ਕਰਕੇ ਇਹ ਫਰਕ ਹੈ। ਹੁਣ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਜ਼ਿਕਰ ਕਰੀਏ। ਮਾਨਯੋਗ ਸਾਧ ਸੰਗਤ, ਜਨਮ ਸਾਖੀਆਂ ਦੇ ਵਿੱਚ ਉੱਤਮ ਬੋਲ ਮੌਜੂਦ ਨੇ। ਪਤਾ ਨਹੀਂ ਕਿਉਂ ਖਾਲਸਾ ਪੰਥ ਨੇ, ਸਿੱਖ ਸੰਗਤ ਨੇ ਨਜ਼ਰਅੰਦਾਜ਼ ਕਰੀ ਰੱਖੇ। ਮੈਂ ਅਕਸਰ ਉਦੋਂ ਵੀ ਸੁਣਦਾ, ਹੁਣ ਵੀ ਸੁਣਦਾ ਕਿ ਜੀ ਜਨਮ ਸਾਖੀਆਂ ਦੇ ਵਿੱਚ ਫੈਲਾਵਟ ਬਹੁਤ ਹੈ, ਪ੍ਰਸੰਗਹੀਣ ਬਹੁਤ ਸਾਰਾ ਖਲਾਰਾ ਪਿਆ ਹੋਇਆ। ਇਹਦੇ ਵਿੱਚ ਚਮਤਕਾਰ ਬਹੁਤ ਨੇ, ਕਰਾਮਾਤਾਂ ਬਹੁਤ ਨੇ, ਮਿੱਥਾਂ ਬਹੁਤ ਨੇ। ਮਾਨਯੋਗ ਸਾਧ ਸੰਗਤ ਜੀ, ਮਿੱਥ, ਚਮਤਕਾਰ, ਕਰਾਮਾਤ, ਇਹ ਡੰਗ ਮਾਰਦੀ ਹੈ ਕੋਈ? ਮੈਨੂੰ ਮਿੱਥ ਤੇ ਚਮਤਕਾਰ ਇਸ ਕਰਕੇ ਵੱਧ ਚੰਗੇ ਲੱਗਦੇ ਨੇ ਕਿ ਇਹ ਇੰਨੇ ਦਰਿਆ ਦਿਲ ਨੇ। ਇਹ ਕਹਿੰਦੇ ਨੇ ਤੁਸੀਂ ਚਾਹੇ ਸਾਨੂੰ ਮੰਨੋ ਚਾਹੇ ਨਾ ਮੰਨੋ, ਇਹ ਤੁਹਾਡੀ ਮਰਜ਼ੀ। ਜਿਹੜੇ ਮਿੱਥਾਂ ਨੂੰ ਨਹੀਂ ਮੰਨਦੇ ਉਹ ਵੀ ਸਿੱਖ ਨੇ, ਜਿਹੜੇ ਮਿੱਥਾਂ ਨੂੰ ਮੰਨਦੇ ਨੇ
ਉਹਨਾਂ ਨੂੰ ਵੀ ਤੁਸੀਂ ਅੰਧ ਵਿਸ਼ਵਾਸੀ ਨਾ ਕਹੋ, ਉਹਨਾਂ ਨੂੰ ਮਿੱਥ ਵਿੱਚੋਂ ਕੋਈ ਰਮਜ਼ ਲੱਭੀ ਹੈ। ਅੱਜ ਵੀ ਵੱਡੇ ਬੰਦੇ ਮਿੱਥਾਂ ਦੀ ਰਚਨਾ ਕਰ ਰਹੇ ਹਨ। ਇੱਕ ਜਾਪਾਨ ਦਾ ਸ਼ਾਇਰ ਸੀ, ਭਿੱਖੂ ਸਾਧੂ, ਬਹੁਤ ਸਾਧੂ, ਪ੍ਰੋਫੈਸਰ ਪੂਰਨ ਸਿੰਘ ਦਾ ਦੋਸਤ, ਉਹਦਾ ਨਾਂ ਸੀ ਕਾਕੂਜ਼ੋ ਓਕਾਕੁਰਾ। ਪ੍ਰੋਫੈਸਰ ਪੂਰਨ ਸਿੰਘ ਨੇ ਉਹਦੀ ਕਿਤਾਬ ਦਾ ਜ਼ਿਕਰ ਆਪਣੀ ਕਿਤਾਬ 'ਚ ਕੀਤਾ, ਤਾਂ ਮੈਂ ਉਹ ਕਿਤਾਬ ਬੁੱਕ ਆਫ ਟੀ ਖਰੀਦ ਲਿਆ, ਪੜ੍ਹੀ, ਕਿਉਂਕਿ ਪੂਰਨ ਸਿੰਘ ਨੇ ਜਿਹਦਾ ਜ਼ਿਕਰ ਕੀਤਾ ਉਹ ਆਮ ਨਹੀਂ। ਇਸ ਕਿਤਾਬ ਦੇ ਵਿੱਚ ਅਧਿਆਏ ਨੇ ਬੜੇ ਸੋਹਣੇ। ਇੱਕ ਅਧਿਆਏ ਹੈ ਫੁੱਲਾਂ ਬਾਬਤ। ਸ਼ੁਰੂ ਕਰਦੇ ਨੇ ਕਿ ਫੁੱਲ ਮਨੁੱਖ ਨੂੰ ਤੇ ਧਰਤੀ ਨੂੰ ਬੇਅੰਤ ਪਿਆਰ ਕਰਦੇ, ਤੇ ਆਦਮੀ ਇਹਨਾਂ ਨੂੰ ਉਜਾੜਨੋਂ ਨਹੀਂ ਹਟਦਾ। ਬੱਚੇ ਦੇ ਜਨਮ ਤੇ ਫੁੱਲ, ਵਿਆਹ ਸ਼ਾਦੀ ਤੇ ਫੁੱਲ, ਇਹ ਸ਼ਦਾਈ ਤਾਂ ਸਾਡੀਆਂ ਕਬਰਾਂ ਤੇ ਖੜਨੋਂ ਨਹੀਂ ਹਟਦੇ, ਇੰਨਾ ਪਿਆਰ ਕਰਦੇ ਨੇ। ਤੇ ਬੰਦੇ ਨੇ ਇਹਨਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਇੰਨਾ ਉਜਾੜਾ ਕੀਤਾ ਕਿ ਫੁੱਲਾਂ ਦੀਆਂ ਕੁਝ ਨਸਲਾਂ ਤਾਂ ਧਰਤੀ ਤੋਂ ਸਦਾ ਲਈ ਖਤਮ ਹੋ ਗਈਆਂ, ਉਹ ਸਵਰਗ 'ਚ ਵਸਦੀਆਂ ਨੇ। ਹੁਣ ਜਦੋਂ ਆਪਾਂ ਜਾਵਾਂਗੇ ਉੱਪਰ, ਉੱਥੇ ਦਿਖਾਈ ਦੇਣਗੀਆਂ, ਬੰਦੇ ਨੇ ਇੱਥੇ ਨਹੀਂ ਛੱਡੀ। ਅਗਲਾ ਵਾਰ ਹੁਣ ਮਿੱਥ ਦੇਖੋ ਕਿਵੇਂ ਬਣਾਉਂਦਾ ਹੈ ਓਕਾਕੁਰਾ। ਕਹਿੰਦਾ ਹੈ ਇੱਕ ਫੁੱਲ ਧਰਤੀ ਨੂੰ ਤੇ ਮਨੁੱਖ ਨੂੰ ਪਿਆਰ ਕਰਦਾ ਸੀ, ਪਰ ਡਰਦਾ ਸੀ। ਉਹਨੇ ਰੱਬ ਅੱਗੇ ਪ੍ਰਾਰਥਨਾ ਕੀਤੀ, ਪਿਤਾ ਤੂੰ ਕੀੜੇ ਨੂੰ ਨਿੱਕੀਆਂ ਨਿੱਕੀਆਂ ਲੱਤਾਂ ਦੇ ਦਿੱਤੀਆਂ, ਜਾਨ ਬਚਾਉਣ ਲਈ ਉਹ ਦੌੜ ਤਾਂ ਸਕਦਾ। ਤੂੰ ਸ਼ਹਿਦ ਦੀ ਮੱਖੀ ਨੂੰ ਡੰਗ ਦੇ ਦਿੱਤਾ, ਉਹ ਡਰਾ ਤਾਂ ਸਕਦੀ ਹੈ। ਮੇਰੇ ਕੋਲ ਨਾ ਡੰਗ ਨਾ ਲੱਤਾਂ, ਮੈਂ ਕਿਵੇਂ ਬਚਾਂਗਾ? ਮੇਰਾ ਇੱਥੇ ਰਹਿਣ ਨੂੰ ਜੀ ਕਰਦਾ ਪਿਤਾ, ਪਰ ਬੰਦੇ ਤੋਂ ਡਰ ਲੱਗਦਾ। ਮੈਨੂੰ ਸੱਤਿਆ ਦੇ, ਤਾਕਤ ਦੇ ਕਿ ਮੈਂ ਬੰਦੇ ਤੋਂ ਬਚਿਆ ਰਹਾਂ ਤੇ ਇੱਥੇ ਜਿਉਂਦਾ ਰਹਾਂ। ਰੱਬ ਨੇ ਉਹਦੀ ਅਰਦਾਸ ਸੁਣ ਕੇ ਉਹਨੂੰ ਨਿੱਕੇ ਨਿੱਕੇ 2 ਖੰਭ ਦੇ ਦਿੱਤੇ। ਜਿਹਨੂੰ ਤੁਸੀਂ ਅੱਜ ਤਿਤਲੀ ਆਖਦੇ ਹੋ, ਇਹ ਟਾਹਣੀ ਤੇ ਲੱਗਿਆ ਹੋਇਆ ਫੁੱਲ ਹੁੰਦਾ ਸੀ ਜਿਹਦੀ ਅਰਦਾਸ ਮਨਜ਼ੂਰ ਹੋ। ਦੱਸੋ ਜੀ, ਇਹ ਮਿੱਥ ਘੜੀ ਹੈ ਜਾਪਾਨੀ ਕਵੀ ਨੇ, ਤੇ ਆਪਾਂ ਨੂੰ ਇੱਕ ਮੈਸੇਜ ਦੇ ਰਹੀ ਹੈ ਸੋਹਣਾ। ਫਿਰ ਅੱਗੇ ਲਿਖਦਾ ਹੈ, ਸਾਡੀ ਮਹਾਰਾਣੀ ਬਹਾਰਾਂ ਦੇ ਦਿਨਾਂ 'ਚ ਸੰਗਤ ਵਾਸਤੇ ਆਪਣੇ ਮਹਿਲ ਦੇ ਦਰਵਾਜ਼ੇ ਖੋਲ੍ਹਿਆ ਕਰਦੀ ਸੀ। ਆਓ ਅੰਦਰ ਆ ਕੇ ਫੁੱਲਾਂ ਦੇ ਦੀਦਾਰ ਕਰੋ, ਫੁੱਲਾਂ ਦੇ ਦਰਸ਼ਨ ਕਰੋ, ਬੈਡਾਂ ਦੇ ਦਰਸ਼ਨ ਕਰੋ, ਫੁੱਲਾਂ ਦੀਆਂ ਕਿਆਰੀਆਂ ਦੇ ਦਰਸ਼ਨ ਕਰੋ। ਨਾਲ ਉਹਦੇ ਕੋਲ ਤਖਤੀ ਚੁੱਕੀ ਹੁੰਦੀ ਸੀ, ਉਹ ਤਖਤੀ ਤੇ ਲਿਖਿਆ ਹੁੰਦਾ, ਸੋਹਣਾ ਫੁੱਲ ਦੇਖ ਕੇ ਤੁਹਾਡਾ ਦਿਲ ਕਰ ਸਕਦਾ ਕਿ ਇਹਨੂੰ ਤੋੜ ਲਾਂ। ਫੁੱਲ ਤੋੜਨ ਤੋਂ ਪਹਿਲਾਂ ਆਪਣੇ ਹੱਥ ਦੀ ਕੋਈ ਉਂਗਲੀ ਕੱਟ ਕੇ ਬੂਟੇ ਦੀ ਜੜ 'ਚ ਦੱਬ ਦਿਓ, ਫਿਰ ਫੁੱਲ ਤੋੜ ਲਿਓ। ਇਸ ਤਰੀਕੇ ਨਾਲ ਵੱਡੇ ਬੰਦੇ ਸਾਨੂੰ ਸਮਝਾਉਂਦੇ। ਫਿਰ ਉਹ ਬੌਧ ਮੰਦਿਰ 'ਚ ਜਾ ਰਿਹਾ ਓਕਾਕੁਰਾ ਮੱਥਾ ਟੇਕਣ ਮਹਾਤਮਾ ਬੁੱਧ ਨੂੰ। ਰਸਤੇ 'ਚ ਬਾਗਾਂ 'ਚ ਖਿੜੇ ਹੋਏ ਫੁੱਲ, ਉਹ ਇੱਕ ਫੁੱਲਾਂ ਦੀ ਕਿਆਰੀ ਦੇ ਸਾਹਮਣੇ ਖਲੋ ਕੇ ਗੀਤ ਲਿਖਦਾ ਹੈ। ਇਹ ਗੀਤ ਜਾਪਾਨੀਆਂ ਦੀ ਅਰਦਾਸ ਬਣ ਗਿਆ। ਗੀਤ ਕੀ ਹੈ? ਜੇ ਮੈਂ ਇਹਨਾਂ ਫੁੱਲਾਂ ਨੂੰ ਛੂਹਾਂ ਤਾਂ ਝੂਠੇ ਹੋ ਜਾਣ, ਜੇ ਤੋੜਾਂ ਤਾਂ ਕੁਮਲਾ ਜਾਣ। ਹੇ ਭੂਤਕਾਲ ਦੇ ਬੁੱਧ, ਹੇ ਵਰਤਮਾਨ ਬੁੱਧ, ਹੇ ਭਵਿੱਖਾਂ ਦੇ ਬੁੱਧ, ਸੰਸਾਰ ਦੇ ਬਾਗਾਂ ਵਿੱਚ ਖਿੜੇ ਖਿੜਾਏ ਸਾਰੇ ਫੁੱਲ ਮੈਂ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰਦਾ ਹਾਂ, ਮਨਜ਼ੂਰ ਕਰੋ ਮਹਾਰਾਜ। ਇਹਨੂੰ ਬੰਦਗੀ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ, ਆਪਾਂ ਸਾਖੀਆਂ 'ਚੋਂ ਦੇਖਦੇ ਹਾਂ ਕਿ 1 ਮਹੀਨਾ ਪਾਂਧੇ ਕੋਲ ਗਏ, ਦੇਵਨਾਗਰੀ ਲਿਖਣੀ, ਪੜ੍ਹਨੀ, ਸਮਝਣੀ ਸਿੱਖ ਲਈ। ਉਹ ਤੋਂ ਬਾਅਦ ਕਹਿੰਦੇ ਅਸੀਂ ਨਹੀਂ ਹੋਰ ਪੜ੍ਹਨਾ। ਮੈਂ ਸੋਚਣਾ ਸ਼ੁਰੂ ਕੀਤਾ ਵੀ ਹੋਰ ਕਿਉਂ ਨਹੀਂ ਪੜ੍ਹਨਾ, ਕਿਉਂ ਇਨਕਾਰ ਕੀਤਾ ਮਹਾਰਾਜ ਨੇ? ਇਸ ਕਰਕੇ ਕਿ ਸੰਸਕ੍ਰਿਤ ਪੜ੍ਹਨੀ, ਲਿਖਣੀ, ਸਮਝਣੀ ਸਿੱਖ ਲਈ ਜਦੋਂ, ਇਹਦੇ ਤੋਂ ਬਾਅਦ ਫਿਰ ਕੀ ਸਿਖਾਉਣਾ ਸੀ ਪੰਡਿਤ ਜੀ ਨੇ? ਮਨੂ ਸਿਮਰਤੀ, ਵਰਨ ਆਸ਼ਰਮ ਪ੍ਰਥਾ, ਇਹਨਾਂ ਬਾਰੇ ਜਾਣਨਾ ਤਾਂ ਸੀ, ਪਰ ਪੰਡਿਤ ਜੀ ਤੋਂ ਨਹੀਂ ਜਾਣਨਾ ਸੀ, ਖੁਦ ਜਾਣਨਾ ਸੀ ਗ੍ਰੰਥ ਪੜ੍ਹ ਕੇ। ਇਸ ਕਰਕੇ ਕਿਹਾ ਕਿ ਮੈਨੂੰ ਵਰਨ ਆਸ਼ਰਮ ਪ੍ਰਥਾ, ਮਨੂ ਸਿਮਰਤੀ ਨਾ ਪੜ੍ਹਾਓ, ਮੈਂ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ, ਬਾਕੀ ਖੁਦ ਪੜ੍ਹਾਂਗਾ। ਉਹ ਤੋਂ ਬਾਅਦ ਪਿਤਾ ਜੀ ਮੌਲਵੀ ਕੋਲ ਲੈ ਗਏ ਜੀ, ਮੌਲਵੀ ਜੀ ਫਾਰਸੀ ਅਰਬੀ ਸਿਖਾਓ ਬੱਚੇ ਨੂੰ। 1 ਮਹੀਨਾ ਰਹਿ ਕੇ ਅਰਬੀ ਫਾਰਸੀ ਪੜ੍ਹਨੀ, ਲਿਖਣੀ, ਬੋਲਣੀ ਸਮਝਣੀ ਸਿੱਖ ਲਈ। ਉਹ ਤੋਂ ਬਾਅਦ ਕਹਿੰਦੇ ਹੋਰ ਨਹੀਂ ਪੜ੍ਹਨਾ। ਕਿਉਂ ਨਹੀਂ ਪੜ੍ਹਨਾ? ਇਹ ਤੋਂ ਬਾਅਦ ਸ਼ਰ੍ਹਾ ਸਿਖਾਉਣੀ ਸੀ, ਰੋਜ਼ੇ, ਹੱਜ, ਨਮਾਜ਼, ਇਹ ਚੀਜ਼ਾਂ ਜਾਣਨੀਆਂ ਸਨ, ਪਰ ਮੌਲਵੀ ਰਾਹੀਂ ਨਹੀਂ ਜਾਣਨੀਆਂ ਸੀ, ਖੁਦ ਗ੍ਰੰਥ ਪੜ੍ਹ ਕੇ ਜਾਣਨੀਆਂ ਸੀ। ਆਪਣੇ ਮਨ ਦੇ ਪ੍ਰਭਾਵ, ਇੰਪ੍ਰੈਸ਼ਨਸ ਕਹਿੰਦੇ ਜਿਨ੍ਹਾਂ ਨੂੰ ਆਪਾਂ,
ਉਹ ਖੁਦ ਬਣਾਉਣੇ ਸੀ। ਤੇ ਆਪਾਂ ਨੂੰ ਪਤਾ ਹੈ ਬਾਣੀ 'ਚ ਵਰਨ ਆਸ਼ਰਮ ਪ੍ਰਥਾ ਦਾ ਜ਼ਿਕਰ, ਜਨੇਊ ਦਾ ਜ਼ਿਕਰ, 5 ਨਮਾਜ਼ਾਂ ਕਿਹੜੀਆਂ ਨੇ ਉਹਨਾਂ ਦਾ ਜ਼ਿਕਰ। ਉਹ 5 ਨਮਾਜ਼ਾਂ ਇਸਲਾਮ ਨਾਲੋਂ ਵੱਖਰੀਆਂ ਨੇ। ਉਹ ਜਨੇਊ ਹੈ ਜਿਹੜਾ ਉਹ ਬ੍ਰਾਹਮਣ ਦੇ ਦਿੱਤੇ ਧਾਗੇ ਨਾਲੋਂ ਵੱਖਰਾ ਹੈ। ਲਓ ਜੀ, ਪਿਤਾ ਨੂੰ ਕਹਿ ਦਿੱਤਾ ਕਿ ਹੋਰ ਨਹੀਂ ਪੜ੍ਹਨਾ। ਪਿਤਾ ਨੇ ਕਿਹਾ ਵੀ ਚਲੋ ਕੀ ਕਰੀਏ, ਫਿਰ ਪਸ਼ੂ ਚਾਰਨ ਲਾ ਦਿੱਤਾ। ਆਪਾਂ ਨੂੰ ਪਤਾ ਹੈ ਪਸ਼ੂਆਂ ਨੂੰ ਛੱਡ ਕੇ ਸੌਂ ਜਾਂਦੇ ਸੀ। ਆਪਾਂ 2 ਸਾਖੀਆਂ ਸੁਣੀਆਂ, ਇੱਕ ਸੱਪ ਨੇ ਛਾਂ ਕੀਤੀ, ਦੂਸਰਾ ਜਿਸ ਦਰਖਤ ਹੇਠਾਂ ਸੁੱਤੇ ਪਏ ਸਨ ਉਸ ਦਰਖਤ ਦੀ ਛਾਂ ਹਿੱਲੀ ਨਹੀਂ, ਬਾਕੀ ਦਰਖਤਾਂ ਦੀਆਂ ਛਾਵਾਂ ਬਦਲ ਗਈਆਂ। ਨਨਕਾਣਾ ਸਾਹਿਬ ਗੁਰਦੁਆਰਾ ਕਿਆਰਾ ਸਾਹਿਬ, ਉੱਥੇ ਵਣ ਹੈ ਜਿਸ ਹੇਠਾਂ ਬੈਠ ਕੇ ਮਹਾਰਾਜ ਆਰਾਮ ਕਰਦੇ, ਮੱਝਾਂ ਦੀ ਨਿਗਰਾਨੀ ਕਰਦੇ। ਉਹ ਵਣ ਐਡੀ ਦੂਰ ਤੱਕ ਫੈਲਿਆ ਹੋਇਆ ਹੈ, ਮੈਂ ਫੋਟੋਆਂ ਖਿੱਚ ਕੇ ਲਿਆਂਦੀਆਂ ਸੀ, ਐਵੇਂ ਲੱਗਿਆ ਜਿਵੇਂ ਕੋਈ ਮਹਾਰਿਸ਼ੀ ਤਪੱਸਿਆ ਕਰ ਰਿਹਾ ਹੋ। ਮੇਰੀ ਸਰਦਾਰ ਨੇ ਉੱਥੇ ਇੱਕ ਮੁਸਲਮਾਨ ਸੇਵਾਦਾਰ ਬੈਠਾ, ਉਹਨੇ ਹਰੀ ਚਾਦਰ ਵਿਛਾ ਰੱਖੀ ਹੈ ਵਣ ਦੇ ਹੇਠਾਂ। ਸਿੱਖ ਸੰਗਤ ਜਾਂਦੀ ਹੈ, ਕੋਈ 5 ਰੁਪਈਏ, ਕੋਈ 10 ਰੁਪਈਏ, ਜਿਵੇਂ ਜਿਹਦਾ ਕੋਈ ਮਨ ਕਰੇ ਉੱਥੇ ਉਸ ਰਖਵਾਲੇ ਦੀ ਮਦਦ ਵਾਸਤੇ ਹਰੀ ਚਾਦਰ ਦੇ ਉੱਤੇ ਪੈਸੇ ਰੱਖ ਦਿੰਦੇ ਨੇ। ਕੋਈ ਮਾੜੀ ਗੱਲ ਨਹੀਂ। ਮੇਰੀ ਸਰਦਾਰ ਨੇ ਕਹਿੰਦੀ ਬਾਬਾ ਜੀ ਜੇ ਆਗਿਆ ਹੋਏ ਤਾਂ ਨਿਸ਼ਾਨੀ ਵਜੋਂ ਇਸ ਵਣ ਦਾ ਇੱਕ ਪੱਤਾ ਤੋੜ ਲਵਾਂ। ਉਹ ਬਾਬਾ ਕਹਿੰਦਾ ਬੀਬਾ ਜੀ ਮੈਂ ਇਹਦੀ ਨਿਗਰਾਨੀ ਵਾਸਤੇ ਬੈਠਾ, ਚੌਕੀਦਾਰ ਹਾਂ ਮੈਂ ਇਹਦਾ। ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਪ੍ਰੇਮ ਕਰਦੇ ਹੋ ਤਾਂ ਤੋੜਨਾ ਤਾਂ ਕੀ ਪੱਤਾ, ਇਹਨੂੰ ਛੂਹੋ ਵੀ ਨਾ, ਮੈਂ ਇਹਦੀ ਨਿਗਰਾਨੀ ਲਈ ਬੈਠਾ। ਜੇ ਪੱਤਾ ਤੋੜਨ ਲੱਗੀ ਸੰਗਤ ਫਿਰ ਇੱਥੇ ਬਚੇਗਾ ਕੀ ਇਹਦਾ। ਗੁਰੂ ਨਾਨਕ ਦੇਵ ਜੀ ਨੂੰ ਪਿਆਰ ਕਰਨ ਵਾਲੇ ਇਕੱਲੇ ਸਿੱਖ ਨਹੀਂ ਹਨ, ਹਿੰਦੂ, ਮੁਸਲਮਾਨ, ਸਿੱਖ, ਜਿਹੜਾ ਵੀ ਉਹਨਾਂ ਦੇ ਸੰਪਰਕ 'ਚ ਆਇਆ ਪ੍ਰੇਮ ਕੀਤਾ। ਤੇ ਇੰਨੀਆਂ ਯਾਤਰਾਵਾਂ ਦੂਰ ਦੂਰ ਤੱਕ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪਿਛਲੇਰੇ ਗੁਰੂ ਸਾਹਿਬਾਨ ਨਹੀਂ ਕਰ ਸਕੇ। ਵਜ੍ਹਾ ਕੁਛ ਵੀ ਹੋਵੇ, ਇੰਨੀ ਲੰਮੀ ਯਾਤਰਾ ਨਹੀਂ ਕੀਤੀ। ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਮੀ ਯਾਤਰਾ ਕੀਤੀ, ਬਾਕੀ ਗੁਰੂ ਸਾਹਿਬਾਨ ਤੋਂ ਵੱਧ, ਲੇਕਿਨ ਗੁਰੂ ਨਾਨਕ ਦੇਵ ਜੀ ਤੋਂ ਘੱਟ। ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਤੇ ਅਸਾਮ ਤੱਕ ਗਏ ਸੀ। ਉਹਨਾਂ ਨੇ ਉਹੀ ਰੂਟ ਚੁਣਿਆ ਸੀ ਆਪਣੀ ਯਾਤਰਾ ਦਾ ਜਿਹੜੇ ਰੂਟ ਥਾਣੇ ਗੁਰੂ ਨਾਨਕ ਦੇਵ ਜੀ ਗਏ ਸੀ। ਜਿਸ ਪਿੰਡ ਜਾਂ ਸ਼ਹਿਰ 'ਚ ਪਤਾ ਲੱਗਦਾ ਵੀ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਆ ਰਹੇ ਨੇ, ਪਿੰਡ ਦੀ ਸੰਗਤ, ਸ਼ਹਿਰ ਦੀ ਸੰਗਤ ਉਹਨਾਂ ਨੂੰ ਲੈਣ ਵਾਸਤੇ ਪਿੰਡ ਸ਼ਹਿਰ ਤੋਂ ਬਾਹਰ ਆ ਜਾਂਦੀ, ਚਰਨਾਂ 'ਚ ਮੱਥਾ ਟੇਕ ਕੇ ਹੱਥ ਜੋੜ ਕੇ ਇਹ ਕਹਿੰਦੇ ਸੱਚੇ ਪਾਤਸ਼ਾਹ ਇੰਨੀ ਦੇਰ ਬਾਅਦ ਦੀਦਾਰ ਕੀਤਾ। ਮਾਨਯੋਗ ਸਾਧ ਸੰਗਤ, 200 ਸਾਲ ਦਾ ਵਕਫਾ, 2 ਸਦੀਆਂ। ਗੁਰੂ ਨਾਨਕ ਦੇਵ ਜੀ ਕੇਵਲ ਇੱਕ ਵਾਰੀ ਜਿਸ ਪਿੰਡ 'ਚ ਗਏ, ਜਿਸ ਸ਼ਹਿਰ 'ਚ ਗਏ, ਜ਼ਿੰਦਗੀ 'ਚ ਪਹਿਲੀ ਵਾਰੀ ਗਏ ਤੇ ਆਖਰੀ ਵਾਰੀ ਗਏ। ਇੱਕ ਵਾਰੀ ਸੰਗਤ ਨੇ ਦਰਸ਼ਨ ਕੀਤੇ। ਉਹਨਾਂ ਦਰਸ਼ਨਾਂ ਨੇ ਅਸਰ ਇਹ ਕੀਤਾ ਹੋਇਆ ਕਿ 10 ਪੀੜ੍ਹੀਆਂ ਬਦਲ ਜਾਂਦੀਆਂ ਨੇ 200 ਸਾਲਾਂ 'ਚ। ਯਾਦ ਹੈ ਜਿਹੜੀ ਮਹਾਰਾਜ ਦੀ ਉਹਨਾਂ ਦੇ ਦਿਲਾਂ 'ਚ ਉਤਰੀ ਪਈ ਹੈ। ਉਹ ਕੀ ਗੱਲ ਕਰਕੇ ਸੀ ਭਲਾ, ਇਹ ਵੀ ਮੈਨੂੰ ਜਨਮ ਸਾਖੀ ਨੇ ਦੱਸਿਆ। ਆਪਾਂ ਇਹ ਤਾਂ ਜਾਣਦੇ ਹਾਂ ਕਿ ਜਦੋਂ ਮਹਾਰਾਜ ਕੀਰਤਨ ਕਰਨ ਲੱਗਦੇ, ਇਹ ਵੀ ਸਾਖੀ ਦੇ ਬੋਲ ਨੇ, ਸੁਣੋ ਮੂਲ ਰੂਪ ਸਾਖੀ ਦੇ ਬੋਲ। ਲਿਖਿਆ ਜਦ ਬਾਬਾ ਬੰਦਗੀ ਕਰਦਾ, 5 ਕਰਮ ਦੂਰ ਖਲੋ ਕੇ ਮਰਦਾਨਾ ਸਖਤ ਪਹਿਰਾ ਦਿੰਦਾ, ਤਾਂ ਕਿ ਕੋਈ ਪਸ਼ੂ, ਪੰਛੀ ਜਾਂ ਮਨੁੱਖ ਇਹਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ, ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਹਿੰਦਾ। ਇੱਕ ਮੋਟੀ ਕਿਤਾਬ ਪ੍ਰੇਮ ਦਾ ਵਰਣਨ ਇਸ ਤਰ੍ਹਾਂ ਨਹੀਂ ਕਰ ਸਕਦੀ ਜਿਵੇਂ 2 ਵਾਕ ਕਰਕੇ। ਜਦ ਬਾਬਾ ਬੰਦਗੀ ਕਰਦਾ, 5 ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖਤ ਪਹਿਰਾ ਦਿੰਦਾ, ਤਾਂ ਕਿ ਕੋਈ ਪਸ਼ੂ, ਪੰਛੀ ਜਾਂ ਮਨੁੱਖ ਇਹਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ, ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਹਿੰਦਾ। ਮਾਨਯੋਗ ਸਾਧ ਸੰਗਤ, ਇੱਕ ਦਿਨ ਕੀ ਹੋਇਆ, ਭਾਈ ਮਰਦਾਨਾ ਜੀ ਨੇ ਆਪਣੇ ਕੋਲੋਂ ਕੁਝ ਪੰਕਤੀਆਂ ਜੋੜੀਆਂ, ਖੁਦ ਹੀ ਗਾਉਣ ਲੱਗੇ ਤੇ ਨਾਲ ਰਬਾਬ ਵਜਾਉਣ ਲੱਗੇ। ਬੋਲ ਸਨ, ਇੱਕੇ ਤਾਂ ਪੁੱਤਰ ਕਾਲੂਆਣ, ਜਿਨ ਸਿਰੀ ਫੁਨ ਤਿਸਹੀ ਗੋਈ। ਮੈਂ ਤਾਂ ਕਲਿਆਣ ਰਾਏ ਦਾ ਬੇਟਾ ਹੈ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਉਸ ਸ੍ਰਿਸ਼ਟੀ ਦੀ ਰਚਨਾ ਦਾ ਪੇੜਾ ਆਪਣੇ ਹੱਥਾਂ ਵਿੱਚ ਲੈ ਕੇ ਦੁਬਾਰਾ ਗੁਣਾਉਣਾ ਸ਼ੁਰੂ ਕਰ ਦਿੱਤਾ। ਬਾਬੇ ਕਹਿਆ
ਨਾ ਭਾਈ ਬਸ ਕਰ, ਮੈਂ ਤਾਂ ਤੇਰੇ ਤਲਵੰਡੀ ਪਿੰਡ ਬੇਦੀਆਂ ਦਾ ਅਵਾਰਾ ਛੋਕਰਾ ਹਾਂ, ਜਿਸ ਦੀ ਕਿਤੇ ਸੁਣਵਾਈ ਨਹੀਂ। ਕਰਤਾਰ ਦਾ ਨਾਂ ਲੈ। ਭਾਈ ਮਰਦਾਨਾ ਜੀ ਗਾਉਣੋਂ ਨਹੀਂ ਹਟੇ। ਹਿੱਕੇ ਤਾਂ ਪੁੱਤਰ ਕਾਲੂਆਣ, ਜਿਨ ਸ੍ਰੀ ਫੁਨ ਤਿਸ ਹੀ ਕੋਈ, ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ। ਮਹਾਰਾਜ ਤੁਹਾਡੇ ਜਿੱਡਾ ਪਰਮਾਤਮਾ ਹੋ ਸਕਦਾ ਕੇਵਲ, ਹੋਰ ਸੰਸਾਰ 'ਚ ਕੋਈ ਨਹੀਂ। ਬਾਬੇ ਕਹਿਆ ਬਸ ਭਾਈ ਬਸ, ਏਦੂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ, ਏਦੂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਅੱਖਰ ਵੀ ਚੱਲਦੇ ਹੁੰਦੇ ਨੇ। ਅੱਜ ਤੱਕ ਮੈਂ ਇਹ ਸੁਣਿਆ ਸੀ ਵੀ ਤੀਰ ਚੱਲਦਾ ਹੈ, ਤਲਵਾਰ ਚੱਲਦੀ ਹੈ, ਗੋਲੀ ਚੱਲਦੀ ਹੈ, ਤੋਪ ਚੱਲਦੀ ਹੈ, ਅੱਖਰ ਵੀ ਚੱਲਦੇ ਹੁੰਦੇ ਨੇ। ਮਹਾਰਾਜ ਨੇ ਅੱਖਰ ਬੋਲੇ ਤਾਂ ਸਹੀ, ਲਿਖੇ ਤਾਂ ਸਹੀ, ਲੇਕਿਨ ਚਲਾਏ ਵੀ। ਉਹ ਜਿਹੜੇ ਚਲਾਏ ਹੋਏ ਅੱਖਰ ਸਨ ਉਹ ਅੱਜ ਤੱਕ ਚੱਲ ਰਹੇ, ਉਹ ਸਾਡੇ ਦਿਲਾਂ ਦੇ ਵਿੱਚ ਉਕਰੇ ਪਏ ਨੇ। ਇਸੇ ਕਰਕੇ ਨੌਵੇਂ ਪਾਤਸ਼ਾਹ ਅੱਗੇ ਸੰਗਤਾਂ ਅਰਦਾਸ ਕਰਦੀਆਂ ਨੇ, ਗਿਲਾ ਕਰਦੀਆਂ ਨੇ, ਮਹਾਰਾਜ ਇੰਨੀ ਦੇਰ ਬਾਅਦ ਦੀਦਾਰ ਦਿੱਤੇ। ਇਹ ਨੇ ਡੂੰਘੀਆਂ ਬਾਤਾਂ। ਮਾਨਯੋਗ ਸਾਧ ਸੰਗਤ ਰਾਜਸਥਾਨ ਪਾਰ ਕਰ ਰਹੇ ਨੇ, ਦੱਖਣ ਵੱਲ ਜਾ ਰਹੇ, ਮਹਾਰਾਸ਼ਟਰ ਅਜੇ ਆਉਣਾ ਹੈ। ਸਾਖੀਕਾਰ ਲਿਖਦਾ ਹੈ, ਚਲੋ ਚਾਲ ਚਲੋ ਚਾਲ, ਉੱਪਰ ਤਾਰੇ ਹੇਠਾਂ ਰੇਤ, ਹੋਰ ਕਿਛ ਨਹੀਂ ਸੀ। ਚਲੋ ਚਾਲ ਚਲੋ ਚਾਲ। ਭਾਈ ਮਰਦਾਨੇ ਇੱਕ ਦਿਨ ਪੁੱਛਿਆ, ਬਾਬਾ ਦੇਸ ਦਾ ਕੋਈ ਦਰਖਤ ਵੀ ਮਿਲੇ, ਹੁਣ ਤਿਸ ਦਾ ਗਲ ਲੱਗ ਕੇ ਰੋਵਾਂ। ਦੇਸ ਦਾ ਦਰਖਤ ਵੀ ਨਹੀਂ ਦਿਸਦਾ ਇੱਥੇ ਤਾਂ। ਤੁਰਦੇ ਗਏ। ਇੱਕ ਦਿਨ ਮਰਦਾਨੇ ਕਹਿਆ, ਬਾਬਾ ਕਿਹਨਾਂ ਉਜਾੜਾਂ ਵਿੱਚ ਮਾਰਿਆ ਹਾਈ, ਗੋਰੋਂ ਖੱਫਣੋਂ ਵੀ ਗਏ, ਕਬਰ ਵੀ ਨਹੀਂ ਬਣਨੀ, ਕਿਸੇ ਨੇ ਖੱਫਣ ਵੀ ਨਹੀਂ ਪਾਣਾ, ਇਹਨਾਂ ਰੇਤਾਂ ਦੇ ਵਿੱਚ ਐਂ ਦਬ ਜਾ। ਬਾਬੇ ਕਹਿਆ ਕਰਤਾਰ ਦਾ ਨਾਂ ਲੈ ਭਾਈ, ਕਰਤਾਰ ਕਰਤਾਰ ਆ। ਇੱਕ ਦਿਨ ਮਰਦਾਨੇ ਕਹਿਆ, ਜੀ ਬਾਬਾ ਜੀ ਦੇਸ ਦਾ ਕੋਈ ਕੁੱਤਾ ਵੀ ਮਿਲੇ, ਹੁਣ ਤਿਸ ਦੇ ਗਲ ਲੱਗ ਕੇ ਰੋਵਾਂ। ਬਾਬੇ ਕਹਿਆ, ਭਾਈ ਜੀ ਇਹਨਾਂ ਉਜਾੜਾਂ ਬੀਆਬਾਨਾਂ ਵਿੱਚ ਇਸੇ ਕਰਕੇ ਆਏ ਹਾਂ, ਨਾ ਕੋਈ ਕੁੱਤਾ ਲੱਗੇ ਨਾ ਭੌਂਕੇ। ਕੁੱਤਪਣੇ 'ਚ ਤਾਂ ਨਿਕਲ ਕੇ ਆਏ ਆ, ਬੰਦਗੀ ਕਰਨ ਦਾ ਆਲਾ ਦੁਆਲਾ, ਬੰਦਗੀ ਕਰ, ਕਰਤਾਰ ਦਾ ਨਾਂ ਹੈ। ਆਖਰ ਰਾਜਸਥਾਨ ਖਤਮ ਹੋਇਆ, ਆਬਾਦੀ ਆਈ। ਇੱਕ ਪਿੰਡ ਦੇ ਬਾਹਰ ਖੂਹ, ਔਰਤਾਂ ਬੱਚਿਆਂ ਨੂੰ ਇਸ਼ਨਾਨ ਕਰਾ ਰਹੀਆਂ, ਪਾਣੀ ਦੇ ਘੜੇ ਭਰ ਰਹੀਆਂ, ਹੱਥ ਪੈਰ ਮੂੰਹ ਧੋਣ ਲਈ, ਪਾਣੀ ਪੀਣ ਲਈ, ਆਰਾਮ ਕਰਨ ਲਈ ਦੋਵੇਂ ਮਹਾਂਪੁਰਖ ਬੈਠ ਕੇ ਦਰਖਤ ਹੇਠਾਂ ਖੂਹ ਦੇ ਲਾਗੇ। ਭਾਈ ਮਰਦਾਨਾ ਜੀ ਸੁਣਦੇ ਰਹੇ ਗੱਲਾਂ ਬੀਬੀਆਂ ਦੀਆਂ, ਬੱਚਿਆਂ ਦੀਆਂ। ਸਾਖੀ 'ਚ ਲਿਖਿਆ, ਮਰਦਾਨੇ ਕਹਿਆ, ਜੀ ਬਾਬਾ ਜੀ ਕੌਣ ਦੇਸ ਆਏ ਗਿਆ ਹੈ ਇਹ, ਇਹਨਾਂ ਦੀ ਬੋਲੀ ਨਾ ਅਸਾਂ ਨੂੰ ਸਮਝ, ਅਸਾਂ ਦੀ ਬੋਲੀ ਨਾ ਇਹਨਾਂ ਨੂੰ ਸਮਝ, ਕੀ ਕਰਾਂਗੇ ਇੱਥੇ, ਕੌਣ ਦੇਸ ਆ ਗਿਆ ਹੈ ਬਾਬਾ। ਬਾਬੇ ਕਹਿਆ, ਭਾਈ ਜੀ ਸੌਰਾਸ਼ਟਰ ਦੇਸ ਆ ਗਿਆ ਹੈ ਇਹ, ਸੋਰਠ ਰਾਗ ਇਸੇ ਦੇਸ ਦਾ ਰਾਗ ਹੋਇਆ, ਸੋਰਠ ਗਾਓ, ਤੁਸਾਂ ਦੀ ਬੋਲੀ ਭਲੀ ਸਮਝ ਆਏ। ਸਾਧ ਸੰਗਤ ਮੈਂ ਇਹ ਵਾਕ ਪੜ੍ਹਿਆ ਤੇ ਮਹਾਨ ਕੋਸ਼ ਦੀ ਸੋਰਠ ਐਂਟਰੀ ਕੱਢ ਲਈ। ਸੋਰਠ ਦੇ ਅਰਥ, ਸੋਰਠ ਦੇ ਅਰਥ ਲਿਖੇ ਹੋਏ ਨੇ ਭਾਈ ਕਾਹਨ ਸਿੰਘ ਨਾਭਾ ਨੇ, ਸੌਰਾਸ਼ਟਰ ਦੇਸ ਦਾ ਮਿੱਠਾ ਰਾਗ। ਆਪਾਂ ਇਹ ਤਾਂ ਸਾਖੀਆਂ ਤੋਂ ਜਾਣ ਗਏ ਹੋਏ ਹਾਂ ਕਿ ਸੰਸਕ੍ਰਿਤ ਤੇ ਫਾਰਸੀ ਦੋ ਉਸਤਾਦਾਂ ਤੋਂ ਸਿੱਖੀ ਸੀ ਮਹਾਰਾਜ ਨੇ, ਲੇਕਿਨ ਸੰਗੀਤ ਕਿੱਥੋਂ ਸਿੱਖਿਆ ਸੀ ਕੋਈ ਸਰੋਤ ਨਹੀਂ ਦੱਸਦਾ ਸਾਨੂੰ, ਕਿਤੋਂ ਪਤਾ ਨਹੀਂ। ਭਾਈ ਮਰਦਾਨਾ ਜੀ ਨੂੰ ਮਾਪਿਆਂ ਨੇ ਕਿਹਾ ਕਿ ਸੁਲਤਾਨਪੁਰ ਜਾਓ, ਨਾਨਕ ਨੂੰ ਕਹੋ ਪਰਿਵਾਰ ਯਾਦ ਕਰ, ਮਿਲ ਕੇ ਜਾਣ। ਭਾਈ ਮਰਦਾਨਾ ਜੀ ਚੱਲ ਪਏ। ਖੇਤ ਵਿੱਚ ਮਹਾਰਾਜ ਨਹੀਂ, ਮੋਦੀਖਾਨੇ ਵਿੱਚ ਬੈਠੇ ਸਨ ਆਪਣੀ ਡਿਊਟੀ ਤੇ। ਪ੍ਰਣਾਮ ਕੀਤਾ, ਨਮਸਕਾਰ ਕੀਤਾ, ਹਾਲ ਚਾਲ ਪੁੱਛਿਆ ਤੇ ਪਰਿਵਾਰ ਦੀ ਖਬਰ ਦਿੱਤੀ। ਜੀ ਪਰਿਵਾਰ ਯਾਦ ਕਰਦਾ, ਤਲਵੰਡੀ ਚੱਲੀਏ। ਸਾਖੀ 'ਚ ਲਿਖਿਆ, ਬਾਬੇ ਕਹਿਆ, ਭਲਾ ਯਾਦ ਕਰਾਇਆ ਹੈ, ਮਰਦਾਨਿਆਂ ਭਲਾ ਯਾਦ ਕਰਾਇਆ ਹੈ। ਅਸਾਂ ਦਾ ਪਰਿਵਾਰ ਬਹੁਤ ਵੱਡਾ ਹੈ ਔਰ ਬਹੁਤ ਯਾਦ ਕਰਦਾ ਹੈ। ਇਹ ਸਾਰੀ ਦੁਨੀਆ ਸਾਡਾ ਪਰਿਵਾਰ ਹੈ ਅਤੇ ਆਪਾਂ ਇਹਨਾਂ ਨੂੰ ਮਿਲਣਾ ਹੈ। ਇਕੱਲਿਆਂ ਮਿਲਣ ਨੂੰ ਜਾਣ ਨੂੰ ਦਿਲ ਨਹੀਂ ਸੀ ਕਰਦਾ, ਤੁਸੀਂ ਆ ਗਏ, ਇਕੱਠੇ ਚੱਲਾਂ। ਜਾਣ ਦਾ ਇਰਾਦਾ ਨਹੀਂ ਸੀ, ਚੁੱਪ ਕਰਕੇ ਬੈਠੇ ਰਹੇ, ਨਾ ਹਾਂ ਕੀਤੀ ਨਾ ਨਾ। ਇੱਕ ਦਿਨ ਗੱਲਾਂ ਕਰਦਿਆਂ ਫਿਰਦਿਆਂ ਤੁਰਦਿਆਂ ਬਾਬੇ ਕਹਿਆ, ਭਾਈ ਜੀ ਕੋਈ ਸਾਜ਼ ਖਰੀਦੀਏ। ਮਰਦਾਨੇ ਕਹਿਆ, ਜੀ ਜੋ ਤੁਸਾਂ ਦਾ ਹੁਕਮ।
ਕਿਹੜਾ ਸਾਜ਼ ਜੋ ਤੁਸਾਂ ਨੂੰ ਭਾਵੇ। ਬਾਬੇ ਕਹਿਆ ਭਾਈ ਜੀ ਬਾਕੀ ਦੇ ਸਾਜ਼ ਦੁਨੀਆਦਾਰਾਂ ਦੇ ਸਾਜ਼ ਹੋਏ, ਰਬਾਬ ਗੁਰਮੁਖੀ ਸਾਜ਼ ਹੋਇਆ, ਰਬਾਬ ਖਰੀਦੀਏ। ਮਰਦਾਨੇ ਕਹਿਆ ਜੀ ਭਲਾ ਆਖਿਆ, ਰਬਾਬ ਖਰੀਦ ਲੈਂਦੇ ਹਾਂ। ਬਾਬੇ ਕਹਿਆ ਜਾਓ ਫਿਰ ਚੰਗੀ ਰਬਾਬ ਖਰੀਦ ਕੇ ਲਿਆਓ। ਮਰਦਾਨੇ ਕਹਿਆ ਲਿਆਓ ਜੀ ਮਾਇਆ ਦਿਓ। ਬਾਬੇ ਕਹਿਆ ਪੈਸੇ ਤਾਂ ਹੈ ਨਹੀਂ ਅਸਾਂ ਪਾਸ। ਮਰਦਾਨੇ ਕਹਿਆ ਜੀ ਉਧਾਰ ਆਪਾਂ ਨੂੰ ਕੋਈ ਨਹੀਂ ਦੇਉਂਦਾ, ਪੈਸੇ ਦਿਓ ਤਾਂ ਜਾਓ। ਬਾਬੇ ਕਹਿਆ ਭਾਈ ਜੀ ਸਵਾਲੀ ਬਣਨਾ ਚੰਗਾ ਤਾਂ ਨਹੀਂ, ਪਰ ਕੀ ਕਰੀਏ ਕਰਜ਼ ਕਾਰੇ ਕਰਾਉਂਦੇ। ਬੇਬੇ ਨਾਨਕੀ ਜੀ ਪਾਸ ਜਾਓ, ਤਿਨਾਂ ਤੋਂ ਪੈਸੇ ਮੰਗੋ, ਉੱਥੋਂ ਮਿਲਣਗੇ। ਭਾਈ ਮਰਦਾਨਾ ਜੀ ਘਰ ਗਏ, ਮੱਥਾ ਟੇਕਿਆ ਭੈਣ ਨੂੰ, ਬੇਨਤੀ ਕੀਤੀ ਰਬਾਬ ਖਰੀਦਣੀ ਹੈ ਬੀਬੀ, ਪੈਸੇ ਦਿਓ। ਅੰਦਰ ਗਏ, ਚਾਂਦੀ ਦੇ ਜਿੰਨੇ ਰੁਪਈਏ ਮੁੱਠੀ 'ਚ ਆਏ ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾਉਂਦਿਆਂ ਕਿਹਾ ਚੰਗੀ ਰਬਾਬ ਖਰੀਦਣੀ ਭਾਈ ਜੀ, ਸਰਫਾ ਨਹੀਂ ਕਰਨਾ, ਜੇ ਜ਼ਰੂਰਤ ਪਵੇ ਹੋਰ ਪੈਸੇ ਲੈਣ ਵਾਸਤੇ ਆਉਣਾ। ਖੁਸ਼ੀ ਖੁਸ਼ੀ ਬਾਬਾ ਜੀ ਕੋਲ ਗਏ, ਬਾਬਾ ਆਗਿਆ ਦਿਓ ਰਬਾਬ ਖਰੀਦ ਕੇ ਲਿਆ। 3 ਦਿਨਾਂ ਬਾਅਦ ਖਾਲੀ ਹੱਥ ਵਾਪਸ ਆਏ। ਰਬਾਬ ਨਹੀਂ ਲਿਆਂਦੀ ਭਾਈ ਜੀ। ਜੀ ਬਾਬਾ ਜੀ ਤੁਸਾਂ ਦੇ ਲਾਇਕ ਕੋਈ ਰਬਾਬ ਕਿਤੋਂ ਨਹੀਂ ਮਿਲੀ, ਸਾਰੇ ਥਾਵਾਂ ਤੋਂ ਪਤਾ ਕੀਤਾ, ਪੁੱਛਾਇਆ, ਮਿਲੀ ਨਹੀਂ। ਬਾਬੇ ਕਹਿਆ ਇੱਕ ਵਾਰੀ ਫੇਰ ਜਾਓ। ਦੋਹਾਂ ਦਰਿਆਵਾਂ ਦੇ ਵਿਚਕਾਰ ਜੱਟਾਂ ਦਾ ਇੱਕ ਪਿੰਡ ਹੈ, ਜਿਸ ਦਾ ਨਾਮ ਹੈ ਆਸ਼ਕਪੁਰ। ਉੱਥੇ ਫਿਰੰਦਾ ਨਾਮ ਦਾ ਇੱਕ ਸਜ਼ਿੰਦਾ ਹੈ, ਵੱਡਾ ਕਾਰੀਗਰ ਹੈ, ਹਿੰਦੂ ਹੈ, ਫੇਰੂ ਵੀ ਆਖਦੇ ਹਨ। ਉਹਨਾਂ ਤੋਂ ਰਬਾਬ ਮਿਲੇਗੀ। ਔਰ ਜੇ ਟਾਲ ਮਟੋਲ ਕਰਨ ਤਿਨਾਂ ਪਾਸ ਅਸਾਂ ਦਾ ਨਾਮ ਲੈਣ। ਪਿੰਡ ਲੱਭ ਲਿਆ, ਭਾਈ ਫਿਰੰਦਾ ਜੀ ਦਾ ਕਾਰਖਾਨਾ ਲੱਭ ਲਿਆ, ਪ੍ਰਣਾਮ ਕੀਤਾ, ਬੈਠੇ, ਬੇਨਤੀ ਕੀਤੀ, ਇੱਕ ਅੱਛੀ ਕਿਸਮ ਦੀ ਰਬਾਬ ਚਾਹੀਦੀ ਹੈ ਭਾਈ ਜੀ। ਫਿਰੰਦੇ ਕਹਿਆ ਅੱਛੀ ਕਿਸਮ ਦੀ ਰਬਾਬ ਬਣ ਤਾਂ ਜਾਏਗੀ, ਪਰ ਕੁਝ ਮਹੀਨੇ ਲੱਗਣਗੇ, ਉਡੀਕਣਾ ਪਏਗਾ। ਮਰਦਾਨੇ ਨੇ ਕੰਧ ਨਾਲ ਕਿੱਲੀ ਉੱਪਰ ਲਟਕਦੀ ਰਬਾਬ ਵੱਲ ਇਸ਼ਾਰਾ ਕਰਕੇ ਕਿਹਾ ਉਹ ਪਈ ਤਾਂ ਹੈ। ਫਿਰੰਦੇ ਕਹਿਆ ਸੋ ਤੁਸਾਂ ਦੇ ਕੰਮ ਦੀ ਨਾਹੀਂ। ਮਰਦਾਨੇ ਪੁੱਛਿਆ ਕੀ ਨੁਕਸ ਹੈ ਭਾਈ ਜੀ ਇਸ ਵਿੱਚ। ਫਿਰੰਦੇ ਕਹਿਆ ਨਾਨਕ ਸ਼ਾਹ ਫਕੀਰ ਹੈ ਇੱਕ ਵੱਡਾ ਦੁਨੀਆ ਦਾ, ਸੁਣਿਆ ਹੈ ਇਹ ਨਾਮ ਕਦੀ। ਤਿਨਾਂ ਦੇ ਕਦਮਾਂ ਦਾ ਧਿਆਨ ਧਰ ਕੇ ਡਾਢੀ ਮੁਸ਼ੱਕਤ ਨਾਲ ਬਣਾਈ ਹੈ ਇਹ ਰਬਾਬ। ਦੀਦਾਰ ਹੋਣਗੇ ਤਿਨਾਂ ਦੇ ਕਦਮਾਂ ਵਿੱਚ ਰੱਖਾਂਗਾ, ਅਸੀਸ ਲਵਾਂਗਾ। ਭਾਈ ਮਰਦਾਨਾ ਜੀ ਨੇ ਅਜੇ ਗੱਲ ਨਹੀਂ ਦੱਸੀ, ਬੇਨਤੀ ਕੀਤੀ ਜੀ ਆਗਿਆ ਹੋਏ ਇੱਕ ਵਾਰ ਵਜਾ ਕੇ ਦੇਖ ਲਵਾਂ। ਫਿਰੰਦੇ ਕਹਿਆ ਨਾ ਭਾਈ ਨਾ, ਵਜਾਵਣੀ ਤਾਂ ਦਰਕਿਨਾਰ, ਛੋਣ ਵੀ ਨਹੀਂ ਦਿਆਂਗਾ। ਫੇਰ ਮਰਦਾਨੇ ਨੇ ਦੱਸਿਆ ਜੀ ਤੁਹਾਡਾ ਨਾਂ, ਤੁਹਾਡੇ ਪਿੰਡ ਦਾ ਨਾਂ, ਸਿਰਨਾਮਾ ਬਾਬਾ ਜੀ ਨੇ ਦੱਸਿਆ ਮੈਨੂੰ, ਤਾਂ ਮੈਂ ਤੁਹਾਡੇ ਕੋਲ ਬੇਨਤੀ ਕਰਨ ਵਾਸਤੇ ਆਇਆ। ਹੁਣ ਵਾਕ ਸੁਣੋ ਭਾਈ ਫਿਰੰਦਾ ਜੀ ਦਾ। ਕਹਿੰਦੇ ਨੇ ਭਾਈ ਜੀ ਜਿਸ ਦਾ ਨਾਮ ਜ਼ਬਾਨ ਉੱਤੇ ਆਏਗਾ ਤਾਂ ਦੁਨੀਆ ਤਰ ਜਾਏਗੀ। ਉਹਨਾਂ ਦੀ ਜ਼ਬਾਨ ਤੇ ਸਾਡਾ ਨਾਮ ਆਇਆ, ਸਾਡੇ ਵਰਗਾ ਭਲਾ, ਸਾਡੇ ਵਰਗਾ ਆਦਰਯੋਗ ਕੌਣ ਹੋਏਗਾ ਸੰਸਾਰ ਵਿੱਚ। ਇੱਥੇ ਬੈਠੇ ਕਾਸ ਲਈ ਹਾਂ, ਅਸਾਂ ਨੂੰ ਝਬਦੇ ਤੇ ਨਾ ਪਾਸ ਲੈ ਚੱਲ। ਝਬਦੇ ਮੈਨੇ ਅੱਖ ਦੇ ਪਲਕਾਰੇ ਜਿੰਨੇ ਸਮੇਂ। ਅੱਗੇ ਅੱਗੇ ਭਾਈ ਮਰਦਾਨਾ ਜੀ, ਰਬਾਬ ਚੁੱਕੀ, ਪਿੱਛੇ ਪਿੱਛੇ ਭਾਈ ਫਿਰੰਦਾ। ਸੁਲਤਾਨਪੁਰ ਆ ਗਿਆ, ਦਰਸ਼ਨ ਹੋਏ, ਮਹਾਰਾਜ ਦੇ ਚਰਨਾਂ 'ਚ ਰਬਾਬ ਰੱਖੀ, ਅਸੀਸ ਮਿਲੀ। ਫਿਰ ਪੁੱਛਿਆ ਭਾਈ ਜੀ ਕੀ ਭੇਟਾ ਤਾਰੀਏ ਇਸ ਰਬਾਬ ਦੀ। ਫਿਰੰਦੇ ਕਹਿਆ ਜੀ ਦੀਦਾਰ ਸੋ ਨਸੀਬ ਹੋਏ ਗਈ। ਮਹਾਰਾਜ ਤੋਂ ਅਸੀਸਾਂ ਮਿਲੀਆਂ, ਰਬਾਬ ਪਕੜੀ। ਭਾਈ ਮਰਦਾਨਾ ਜੀ ਦੇ ਹੱਥਾਂ ਵਿੱਚ ਰਬਾਬ ਫੜਾਉਂਦਿਆਂ ਕਿਹਾ ਭਾਈ ਜੀ ਤੂੰ ਸਾਨੂੰ ਤਾਰ ਦਾ ਗੁਣ ਬਖਸ਼ਿਆ। ਦੂਜਾ ਵਾਕ ਇਸ ਨੂੰ ਵੇਚਣਾ ਨਹੀਂ। ਤੀਜਾ ਵਾਕ ਦਾਰਾਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ। ਪਹਿਲੇ 2 ਵਾਕ ਤਾਂ ਚੁੱਪ ਕਰਕੇ ਸੁਣ ਲਏ, ਤੀਸਰਾ ਵਾਕ ਸੁਣਿਆ ਜਦੋਂ ਦਾਰਾਏ ਸਵਾਲੀ ਨੂੰ ਖਾਲੀ ਨਹੀਂ ਮੋੜਨਾ, ਭਾਈ ਮਰਦਾਨਾ ਜੀ ਹੱਸ ਪਏ। ਕਹਿੰਦੇ ਬਾਬਾ ਅਸਾਂ ਕੰਗਾਲਾਂ ਪਾਸ ਕੌਣ ਸਵਾਲੀ ਆਏਗਾ, ਸਾਡੇ ਕੋਲ ਕੀ ਹੈ ਕਿਸੇ ਨੂੰ ਦੇਣ ਲਈ। ਬਾਬੇ ਕਹਿਆ ਜੋ ਦੌਲਤ ਤੁਸਾਂ ਨੂੰ ਨਸੀਬ ਹੋਈ ਹੈ ਭਾਈ ਜੀ ਜ਼ਮਾਨੇ ਤਰਸਣਗੇ ਉਸ ਤਾਈਂ, ਤੁਹਾਡੇ ਵਰਗਾ ਧਨੀ ਸੰਸਾਰ 'ਚ ਕੋਈ ਨਹੀਂ ਹੋਰ। ਇਹ ਅਸੀਸ ਮਿਲੀ ਭਾਈ ਮਰਦਾਨਾ ਜੀ। ਫੇਰ ਕਹਿੰਦੇ ਬਾਣੀ ਆਈ ਹੈ ਛੇੜੋ ਰਬਾਬ। ਮਰਦਾਨੇ ਕਹਿਆ ਜੀ ਠਾਠ ਬਣਾ ਲਵਾਂ। ਬਾਬੇ ਕਹਿਆ ਬਣਦੇ ਰਹਿਣਗੇ ਠਾਠ ਖੁਦ ਬਖੁਦ। ਬਾਣੀ ਆਈ ਹੈ ਭਾਈ ਜੀ ਰਬਾਬ ਛੇੜ। ਇੱਥੋਂ ਕੀਰਤਨ ਸ਼ੁਰੂ ਹੋਇਆ ਰਬਾਬ।
ਮਾਨਯੋਗ ਸਾਧ ਸੰਗਤ, ਆਪਾਂ ਨੂੰ ਇਹ ਤਾਂ ਪਤਾ ਹੈ ਕਿ ਗੁਰੂ ਬਾਬਾ ਜੀ ਨੇ ਤੇ ਸਿੱਖ ਭਾਈ ਮਰਦਾਨਾ ਜੀ, ਲੇਕਿਨ ਦੋਸਤ ਵੀ ਤਾਂ ਹੈਗੇ। ਉਹ ਦੋਸਤੀ ਦੀਆਂ ਰਮਜ਼ਾਂ ਵੀ ਸਾਨੂੰ ਜਨਮ ਸਾਖੀਆਂ ਦੱਸ ਦਿੰਦੀਆਂ ਨੇ। ਇੱਕ ਸੁਣਾਣਾ ਤੋਂ ਤੁਰੇ ਜਾ ਰਹੇ ਨੇ, ਤੰਬੂ ਤਣੇ ਹੋਏ ਨੇ, ਖਾਣਿਆਂ ਦੀਆਂ ਖੁਸ਼ਬੂਆਂ ਆ ਰਹੀਆਂ ਨੇ, ਰਸਤਿਆਂ 'ਚ ਬੰਦੇ ਖਿਲਾਰੇ ਹੋਏ ਨੇ ਕਿ ਜੀ ਮੁਸਾਫਰਾਂ ਨੂੰ ਕਹੋ ਭੋਜਨ ਕਰਕੇ ਜਾਣ। ਲੰਗਰ ਪ੍ਰਸ਼ਾਦਾ ਵਰਤ ਰਿਹਾ ਹੈ, ਅੰਨ ਜਲ ਵਰਤ ਰਿਹਾ ਹੈ। ਜੇ ਕੋਈ ਸਾਧੂ ਮਿਲੇ, ਫਕੀਰ ਮਿਲੇ, ਉਹਨੂੰ ਤਾਂ ਜਾਣ ਹੀ ਨਹੀਂ ਦੇਣਾ ਛਕਾਏ ਹੋਇਆ। ਬੰਦੇ ਆ ਗਏ ਨੇੜੇ, ਪ੍ਰਣਾਮ ਕੀਤਾ, ਜੀ ਬਾਬਾ ਜੀ ਭੋਜਨ ਕਰਕੇ ਜਾਓ। ਬਾਬੇ ਕਹਿਆ, ਭਾਈ ਜੀ 8 ਪਹਿਰ ਵਿੱਚ ਇੱਕ ਵਾਰ ਭੋਜਨ ਕਰਦੇ ਹਾਂ, ਸੋ ਕਰ ਲਿਆ, ਹੁਣ ਹੋਰ ਨਹੀਂ। ਮਰਦਾਨੇ ਕਹਿਆ, ਬਾਬਾ ਜੇ ਤੁਸਾਂ ਦੀ ਆਗਿਆ ਹੋਵੇ ਤਾਂ ਮੈਂ ਭੋਜਨ ਕਰਾਂਵਾ। ਬਾਬੇ ਕਹਿਆ, ਭਾਈ ਜੀ ਤੁਸਾਂ ਨੂੰ ਹਕੀਕਤ ਪਤਾ ਹੈ ਇਸ ਭੋਜਨ ਦੀ। ਮਰਦਾਨੇ ਕਹਿਆ, ਜੀ ਹਕੀਕਤ ਕਿਤੇ ਦੌੜੀ ਤਾਂ ਜਾਂਦੀ ਨਹੀਂ, ਤੁਸਾਂ ਪਾਸ ਰਹੀ ਸੀ, ਤੁਸਾਂ ਪਾਸ ਹੀ ਰਹੇਗੀ। ਪਹਿਲਾਂ ਭੋਜਨ ਕਰਦੇ ਹਾਂ, ਫਿਰ ਹਕੀਕਤ ਵੀ ਦੇਖ ਲਾਂਗੇ। ਇਹ ਬੋਲ ਹੈ ਜਿਹੜਾ, ਇਹ ਦੋਸਤਾਂ ਦਾ ਬੋਲ ਹੈ। ਜਾ ਰਹੇ ਨੇ, ਕਿਸੇ ਨੇ ਕੀਰਤਨ ਸੁਣ ਕੇ ਮਹਾਰਾਜ ਤੋਂ ਅੱਖ ਬਚਾ ਕੇ ਭਾਈ ਮਰਦਾਨਾ ਜੀ ਦੇ ਬੋਝੇ 'ਚ ਇੱਕ ਅਸ਼ਰਫੀ ਪਾ ਦਿੱਤੀ, ਸੋਨੇ ਦੀ ਮੋਹਰ। ਮਹਾਰਾਜ ਨੂੰ ਪਤਾ ਨਾ ਲੱਗੇ, ਅੱਖ ਬਚਾ ਕੇ ਪਾਈ, ਦੱਸਿਆ ਨਹੀਂ। ਤੁਰ ਪਏ ਅਗਲੀ ਮੰਜ਼ਲ ਲਈ। ਸ਼ਾਮ ਹੋ ਗਈ, ਹਨੇਰਾ ਪੈਣ ਲੱਗਿਆ, ਜੰਗਲ ਦੇ ਕਿਨਾਰੇ ਤੇ ਲੇਟ ਗਏ। ਲੇਟਿਆਂ ਲੇਟਿਆਂ ਭਾਈ ਮਰਦਾਨੇ ਕਹਿਆ, ਜੀ ਬਾਬਾ ਜੀ ਡਰ ਲੱਗਦਾ ਹੈ। ਮਹਾਰਾਜ ਨੇ ਇਹ ਨਹੀਂ ਪੁੱਛਿਆ ਕਿਉਂ ਡਰ ਲੱਗਦਾ। ਮਹਾਰਾਜ ਨੇ ਇਹ ਨਹੀਂ ਪੁੱਛਿਆ ਵੀ ਕਿਸ ਚੀਜ਼ ਤੋਂ ਡਰ ਲੱਗਦਾ। ਮਰਦਾਨੇ ਕਹਿਆ, ਜੀ ਬਾਬਾ ਜੀ ਡਰ ਲੱਗਦਾ ਹੈ। ਬਾਬੇ ਕਹਿਆ, ਭਾਈ ਜੀ ਜਿਸ ਵਸਤੂ ਸਦਕਾ ਡਰ ਲੱਗਦਾ ਹੋਵੇ ਸੁੱਟ ਦਈਦੀ ਹੈ। ਇਹ ਬੋਲ ਸਾਧ ਭਾਸ਼ਾ ਹੈ, ਸਾਧੂਆਂ ਦੇ ਬੋਲ ਨੇ। ਇਹ ਬਹੁਤ ਕੀਮਤੀ ਤੇ ਬਹੁਤ ਵਜ਼ਨਦਾਰ ਨੇ, ਕਿਸੇ ਕਿਸੇ ਨੂੰ ਨਸੀਬ ਹੁੰਦੇ ਨੇ। ਮਾਪੇ ਮੇਰੇ ਅਨਪੜ੍ਹ ਸਨ, ਪਰ ਸਾਨੂੰ ਬਚਪਨ 'ਚ ਮੱਤਾਂ ਇਸ ਤਰ੍ਹਾਂ ਦੀਆਂ ਮਿਲਦੀਆਂ। ਕੱਚੇ ਘਰ ਸਨ, ਹੇਠਾਂ ਮਿੱਟੀ ਦਾ ਫਰਸ਼, ਮਿੱਟੀ ਦੀ ਛੱਤ। ਮਾਂ ਇਸ ਗੱਲੋਂ ਨਾਰਾਜ਼ ਹੁੰਦੀ ਕਿ ਕਾਪੀਆਂ ਕਿਤਾਬਾਂ ਜ਼ਮੀਨ ਤੇ ਕਿਉਂ ਰੱਖੀਆਂ ਨੇ, ਮਿੱਟੀ ਤੇ ਕਿਉਂ ਰੱਖੀਆਂ ਨੇ। ਹੋਰ ਨਹੀਂ ਕੁਛ ਲੱਭਦਾ, ਬੋਰੀ ਵਿਛਾ ਲਿਆ ਕਰੋ, ਕੋਈ ਪੁਰਾਣਾ ਖੇਸੀ ਦੂਰਾ ਕਰਕੇ ਵਿਛਾ ਲਿਆ ਕਰੋ। ਅੱਖਰ ਪਵਿੱਤਰ ਹੁੰਦੇ ਨੇ, ਇਹਨਾਂ ਦੀ ਬੇਅਦਬੀ ਨਹੀਂ ਕਰਨੀ। ਇਸ ਤਰ੍ਹਾਂ ਝਿੜਕਾਂ ਖਾਣ ਨੂੰ ਮਿਲਦੀਆਂ। ਕਈ ਵਾਰੀ ਸੁਣ ਲਈ ਗੱਲ ਇਹ। ਇੱਕ ਦਿਨ ਅਸੀਂ ਬੱਚੇ ਮਾਂ ਦੇ ਦੁਆਲੇ ਹੋ ਗਏ। ਮਾਂ, ਅੱਖਰ ਪਵਿੱਤਰ ਹੁੰਦੇ ਨੇ, ਅੱਖਰ ਵੱਡੇ ਹੁੰਦੇ ਨੇ, ਅੱਖਰ ਕੀਮਤੀ ਹੁੰਦੇ ਨੇ, ਸਾਨੂੰ ਸਮਝ ਨਹੀਂ ਆਉਂਦੀ ਗੱਲ, ਇਹ ਸਮਝਾਇਓ। ਮਾਂ ਕਹਿੰਦੀ, ਗੁਰੂ ਨਾਨਕ ਦੇਵ ਜੀ ਨੇ ਸਖਤ ਤਪੱਸਿਆ ਕੀਤੀ ਸੀ। ਪਰਮੇਸ਼ਰ ਦੇ ਦਰਬਾਰ 'ਚ ਮਹਾਰਾਜ ਦੀ ਤਪੱਸਿਆ ਮਨਜ਼ੂਰ ਹੋ ਗਈ। ਪਰਮੇਸ਼ਰ ਧਰਤੀ ਤੇ ਉਤਰਿਆ ਦਰਸ਼ਨ ਦੇਣ ਲਈ। ਪੁੱਛਿਆ, ਕੀ ਦਿਆਂ, ਖੁਸ਼ ਹਾਂ ਤੁਹਾਡੇ ਤੇ। ਮਹਾਰਾਜ ਨੇ ਆਪਣੀ ਝੋਲੀ ਫੈਲਾ ਕੇ ਕਿਹਾ, ਪਿਤਾ ਜੇ ਮਿਹਰਬਾਨ ਹੋਏ ਹੋ ਤਾਂ ਮੇਰੀ ਝੋਲੀ ਅੱਖਰਾਂ ਨਾਲ ਭਰ ਦਿਓ। ਪਰਮੇਸ਼ਰ ਨੇ ਮਹਾਰਾਜ ਦੀ ਝੋਲੀ ਅੱਖਰਾਂ ਨਾਲ ਭਰ ਦਿੱਤੀ, ਪਰ ਤਪੱਸਿਆ ਤੋਂ ਬਾਅਦ ਮਿਲੇ ਸੀ ਉਹ ਅੱਖਰ। ਇਸ ਕਰਕੇ ਮਹਾਰਾਜ ਜਾਣਦੇ ਸੀ ਇਹਨਾਂ ਦੀ ਕਦਰ ਕਿਵੇਂ ਕਰਨੀ ਹੈ। ਤੁਹਾਨੂੰ ਮੁਫਤ ਮਿਲ ਗਏ ਨਾ, ਇਸ ਕਰਕੇ ਤੁਹਾਨੂੰ ਕਦਰ ਨਹੀਂ। ਫਿਰ ਅਗਲੀ ਗੱਲ ਮਾਂ ਨੇ ਦੱਸੀ ਕਿ ਕੀ ਕਠਿਨਾਈਆਂ ਝੱਲੀਆਂ ਹੋਣਗੀਆਂ ਭਾਈ ਮਹਾਂ ਸਿੰਘ ਜੀ ਨੇ ਆਨੰਦਪੁਰ, ਇਹ ਤਾਂ ਉਹ ਜਾਣਦੇ ਨੇ। ਲੇਕਿਨ ਇੱਕ ਦਿਨ ਕਹਿੰਦੇ, ਸੱਚੇ ਪਾਤਸ਼ਾਹ ਹੁਣ ਛੁੱਟੀ ਦਿਓ, ਸਾਡੇ ਤੋਂ ਹੋਰ ਨਹੀਂ ਤੁਹਾਡੇ ਨਾਲ ਰਿਹਾ ਜਾਂਦਾ, ਹੋਰ ਨਹੀਂ ਨਿਭਦੀ ਆਪਾਂ। ਬੜੇ ਸਮਝਾਏ, ਨਹੀਂ ਮੰਨੇ। ਮਹਾਰਾਜ ਕਹਿੰਦੇ, ਚੰਗਾ ਫਿਰ ਮਹਾਂ ਸਿੰਘ, ਜੇ ਜਾਣਾ ਤਾਂ ਜਾਓ, ਤੁਹਾਡੀ ਮਰਜ਼ੀ, ਪਰ ਅੱਖਰ ਲਿਖ ਕੇ ਦੇ ਕੇ ਜਾਓ। ਅੱਖਰ ਲਿਖੇ ਦੇ ਆਏ, ਘਰ ਆ ਗਏ। ਵਾਪਸ ਆ ਕੇ ਪਛਤਾਵਾ ਹੋਇਆ। ਮਾਈ ਭਾਗੋ ਜੀ ਨੇ ਸਮਝਾਏ। ਮਾਈ ਭਾਗੋ ਜੀ ਨੇ ਕਿਹਾ, ਬੇਅੰਤ ਵੱਡੇ ਦਿਲਾਂ ਦੇ ਮਾਲਕ ਨੇ ਮਹਾਰਾਜ, ਉਹ ਖਿਮਾ ਕਰ ਦਿੰਦੇ ਨੇ। ਚਲੋ ਖਿਮਾ ਮੰਗੀ, ਇਹ ਅੱਖਰ ਮੋੜ ਕੇ ਆਉਣੇ ਨੇ। ਲੱਭਦੇ ਲਭਾਉਂਦੇ ਪਤਾ ਲੱਗਿਆ ਕਿ ਮੁਕਤਸਰ ਪਹੁੰਚ ਗਏ। ਯੁੱਧ ਹੋ ਰਿਹਾ, 40 ਪਲੱਸ ਮਾਈ ਭਾਗੋ ਜੀ, 41, ਇੱਕ ਵੱਧ ਗਈ ਗਿਣਤੀ, ਘਟਿਆ ਨਹੀਂ ਕੋਈ ਉਹਨਾਂ ਚੋਂ। ਮਹਾਰਾਜ ਟਿੱਬੀ ਤੇ ਦੇਖ ਰਹੇ ਸਨ। ਖੌਫਨਾਕ ਯੁੱਧ ਕੀਤਾ। 39 ਲਾਸ਼ਾਂ ਪਈਆਂ ਸਨ ਜ਼ਮੀਨ ਤੇ। ਭਾਈ ਮਹਾਂ ਸਿੰਘ ਜੀ ਅਜੇ ਸਹਿਕ ਰਹੇ ਸਨ, ਅਜੇ ਸਾਹ ਬਾਕੀ ਸਨ। ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਦ 'ਚ ਰੱਖਿਆ। ਕਿਹਾ, ਭਾਈ ਮਹਾਂ ਸਿੰਘ, ਅਸੀਂ ਤੁਹਾਡੇ ਵੱਲੋਂ ਕੀਤਾ ਯੁੱਧ ਅੱਖੀਂ ਦੇਖਿਆ, ਲਾ ਮਿਸਾਲ ਵੀਰਤਾ ਦਿਖਾਈ, ਮੰਗੋ ਜੋ ਮੰਗੋਗੇ ਦਿਆਂਗੇ। ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ
ਜੇ ਮਿਹਰਬਾਨ ਹੋਏ ਹੋ ਫਿਰ ਟੁੱਟੀ ਗੰਢੋ। ਜਿਹੜੇ ਅੱਖਰ ਅਸੀਂ ਲਿਖ ਕੇ ਦੇ ਕੇ ਆਏ ਸੀ ਉਹ ਵਾਪਸ। ਮਹਾਰਾਜ ਨੇ ਬੇਦਾਵਾ ਪਾੜਿਆ। ਮਾਂ ਕਹਿੰਦੀ ਅੱਖਰ ਵਾਪਸ ਮੁੜਵਾਉਣ 'ਚ ਕਾਮਯਾਬ ਤਾਂ ਹੋ ਗਏ ਸੀ, ਪਰ 40 ਯੋਧੇ 40 ਜਰਨੈਲ ਜ਼ਮੀਨ ਤੇ ਡਿੱਗੇ ਪਏ ਸੀ, ਸ਼ਹੀਦ ਹੋ ਗਏ ਸੀ। ਇਸ ਕਰਕੇ ਆਖਦੀਆਂ ਅੱਖਰ ਕੀਮਤੀ ਹੈ, ਇਹਨਾਂ ਦਾ ਅਦਬ ਕਰੋ, ਇਹਨਾਂ ਨੂੰ ਧਿਆਨ ਨਾਲ ਰੱਖੋ। ਅਖੀਰ 'ਚ ਪਹੁੰਚੀ ਆਪਾਂ। ਮੈਂ ਸਮਝਦਾ ਕਿ ਸਮੇਂ ਦੀ ਪਾਬੰਦੀ ਹੈ ਜਿਹੜੀ ਉਹ ਸਾਰਿਆਂ 'ਤੇ ਲਾਗੂ ਹੁੰਦੀ ਹੈ। ਭਾਈ ਮਰਦਾਨਾ ਜੀ ਤੇ ਮਹਾਰਾਜ ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਤੁਰੇ ਆ ਰਹੇ ਸਨ, ਚੌਥੀ ਉਦਾਸੀ ਤੋਂ ਵਾਪਸ। ਅਫਗਾਨਿਸਤਾਨ ਤੇ ਪਾਕਿਸਤਾਨ, ਉਦੋਂ ਤਾਂ ਪਾਕਿਸਤਾਨ ਸੀ ਨਹੀਂ, ਉਦੋਂ ਹਿੰਦੁਸਤਾਨ ਹੀ ਸੀ। ਤੋਂ ਅੱਜ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਦੀ ਕੁਰਮ ਦਰਿਆ ਵਗਦਾ। ਕੁਰਮ ਦਰਿਆ ਦੇ ਕਿਨਾਰੇ ਕਿਨਾਰੇ ਆ ਰਹੇ ਸਨ। ਭਾਈ ਮਰਦਾਨਾ ਜੀ ਨੇ ਕਿਹਾ ਜੀ ਬਾਬਾ ਜੀ ਥਕਾਨ ਹੋਏ ਗਈ ਹੈ, ਕੁਝ ਆਰਾਮ ਕਰੀਏ। ਚਲੋ ਭਾਈ ਉਸ ਦਰਖਤ ਹੇਠਾਂ ਆਰਾਮ ਕਰਦੇ। ਮਹਾਰਾਜ ਬੈਠ ਗਏ, ਭਾਈ ਮਰਦਾਨਾ ਜੀ ਬੈਠੇ, ਫਿਰ ਲੇਟ ਗਏ। ਮਹਾਰਾਜ ਨਜ਼ਦੀਕ ਗਏ, ਮੱਥੇ ਤੇ ਹੱਥ ਰੱਖਿਆ, ਤੇਜ਼ ਬੁਖਾਰ ਸੀ। ਹੋਰ ਨਜ਼ਦੀਕ ਆ ਗਏ, ਸੀਸ ਆਪਣੀ ਗੋਦ 'ਚ ਰੱਖ ਲਿਆ, ਹੱਥ ਮੱਥੇ ਤੇ। ਫਰਮਾਇਆ ਭਾਈ ਜੀ ਤੁਸੀਂ ਤਾਂ ਹੁਣ ਅਸਾਂ ਪਾਸੋਂ ਵਿਛੜਨ ਲੱਗੇ ਹੋ, ਕੀ ਦਈਏ ਤੁਹਾਨੂੰ? ਸੰਸਾਰ ਦੀ ਕੋਈ ਵਸਤੂ ਮੰਗੋ, ਸੰਸਾਰ ਤੋਂ ਪਾਰ ਦੀ ਕੋਈ ਵਸਤੂ ਮੰਗੋ, ਸੋ ਦਿਆਂਗੇ। ਭਾਈ ਮਰਦਾਨਾ ਜੀ ਚੁੱਪ ਰਹੇ। ਫਿਰ ਕਹਿੰਦੇ ਤੁਸਾਂ ਦਾ ਅਖੀਰਲਾ ਸੰਸਕਾਰ ਕਿਵੇਂ ਕਰੀਏ? ਜ਼ਮੀਨ ਵਿੱਚ ਦਫਨ ਕਰੀਏ ਕਿ ਅਗਨ ਭੇਟ? ਕੋਈ ਜਵਾਬ ਨਹੀਂ। ਫਿਰ ਪੁੱਛਿਆ ਤੁਸਾਂ ਦੀ ਯਾਦਗਾਰ ਵਜੋਂ ਮਸਜਿਦ ਉਸਾਰੀਏ? ਕੋਈ ਉੱਤਰ ਨਹੀਂ। ਅੱਛਾ ਭਾਈ ਜੀ ਅਸਾਂ ਦਾ ਸਾਥ ਦਿੱਤਾ ਨਾ ਸਾਰੀ ਉਮਰ, ਮਸਜਿਦ ਨਾ ਸਹੀ ਧਰਮਸ਼ਾਲਾ ਉਸਾਰ ਦਈਏ। ਹੁਣ ਭਾਈ ਮਰਦਾਨਾ ਜੀ ਨੇ ਜ਼ਬਾਨ ਖੋਲੀ। ਮਹਾਰਾਜ ਖੁਸ਼ਕਿਸਮਤ ਹਾਂ, ਹੱਡ ਮਾਸ ਦੀ ਇਸ ਕੈਦ ਵਿੱਚੋਂ ਨਿਕਲਣ ਵੇਲੇ ਆਪ ਜੀ ਦੀ ਗੋਦ ਵਿੱਚ ਸੁਸ਼ੋਭਿਤ ਹਾਂ। ਜਾਣਦਾ ਹਾਂ ਮਹਾਰਾਜ ਤੁਹਾਨੂੰ, ਹੱਡ ਮਾਸ ਦੀ ਕੈਦ ਵਿੱਚੋਂ ਮੁਕਤ ਕਰਕੇ ਤੁਸੀਂ ਇੱਟਾਂ ਚੂਨੇ ਅਤੇ ਗਾਰੇ ਵਿੱਚ ਮੈਨੂੰ ਕੈਦ ਨਹੀਂ ਕਰੋਗੇ। ਮੈਂ ਜਾਣਦਾ ਹਾਂ ਮਹਾਰਾਜ ਤੁਸੀਂ। ਬਾਬੇ ਕਹਿਆ ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਭਾਈ, ਖਾਲੀ ਨਹੀਂ ਜਾਣ ਦਿਆਂਗੇ, ਜੋ ਮੰਗੋਗੇ ਸੋ ਦਿਆਂਗੇ। ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤਨੀਆ, ਮੈਂ ਤੇਰਾ ਕੀਰਤਨੀ। ਬਾਬਾ ਤੈਂ ਖੁਦਾਏ ਦੇਖਿਆ, ਤੈਂ ਖੁਦਾਏ ਪਾਇਆ, ਅਰ ਤੇਰਾ ਕਹਿਆ ਖੁਦਾਈ ਮੰਨਦੀ ਹੈ। ਬਾਬਾ ਮੈਂ ਤੈਨੂੰ ਦੇਖਿਆ, ਮੈਂ ਤੈਨੂੰ ਪਾਇਆ, ਅਰ ਮੇਰਾ ਕਹਿਆ ਤੂੰ ਮੰਨਦਾ ਹੈ। ਦੁੱਧ ਅੱਗੇ ਅਸਾਂ ਦੀ ਬੇਨਤੀ ਹੈ ਅੱਜ ਇੱਕ, ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਬਾਬੇ ਕਹਿਆ ਭਾਈ ਜੀ ਦੁੱਧ ਉੱਪਰ ਅਸਾਂ ਦੀ ਖਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ। ਇਹ ਵਸੀਅਤ ਹੈ ਭਾਈ ਮਰਦਾਨਾ ਜੀ ਦੀ। ਇਹ ਵਸੀਅਤ ਮਹਾਰਾਜ ਦੇ ਦਰਬਾਰ ਦੇ ਵਿੱਚ ਰਜਿਸਟਰ ਹੋਈ ਹੈ। ਇਸ ਵਸੀਅਤ ਨੂੰ ਭਾਈ ਬਾਲਾ ਜੀ ਨੇ ਸੰਭਾਲ ਕੇ ਰੱਖਿਆ। ਕਿਸੇ ਹੋਰ ਫਕੀਰ ਦੀ ਇਸ ਤਰ੍ਹਾਂ ਦੀ ਵਸੀਅਤ ਹੋਵੇ ਦੱਸਣਾ, ਆਪਾਂ ਉਹਨੂੰ ਵੀ ਨਮਸਕਾਰ ਕਰਾਂਗੇ। ਜਿੰਨਾ ਚਿਰ ਭਾਈ ਮਰਦਾਨਾ ਜੀ ਤਿਆਰ ਨਹੀਂ ਹੋਏ, ਮਹਾਰਾਜ ਉਦਾਸੀਆਂ ਤੇ ਨਹੀਂ ਗਏ। ਜਦੋਂ ਭਾਈ ਮਰਦਾਨਾ ਜੀ ਦਾ ਸਾਥ ਵਿਛੜ ਗਿਆ, ਰਬਾਬ ਚੁੱਕੀ ਉਹਨਾਂ ਦੀ, ਉਦਾਸੀਆਂ ਸਮਾਪਤ, ਤਲਵੰਡੀ ਪਿੰਡ ਦਾ ਰੁਖ ਕੀਤਾ। ਤਲਵੰਡੀ ਪਿੰਡ 'ਚ ਆ ਗਏ, ਨਾ ਆਪਣੇ ਘਰ ਗਏ ਨਾ ਭਾਈ ਮਰਦਾਨਾ ਜੀ ਦੇ ਘਰ। ਪਿੰਡ ਦੇ ਵਿਚਕਾਰ ਖੂਹ ਦੀ ਮਣ ਤੇ ਆ ਕੇ ਬੈਠ ਗਏ। ਪਿੰਡ ਆਉਂਦਾ ਗਿਆ, ਮੱਥਾ ਟੇਕਦੇ ਗਏ, ਚਾਦਰਾਂ ਦਰੀਆਂ ਵਿਛਦੀਆਂ ਗਈਆਂ। ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਪਤਾ ਲੱਗਾ। ਵੱਡੇ ਬੇਟੇ ਦਾ ਨਾਂ ਸ਼ਾਹਜ਼ਾਦ ਆਇਆ, ਮਹਾਰਾਜ ਦੇ ਚਰਨ ਛੂਹੇ, ਫਿਰ ਸੰਗਤ 'ਚ ਬੈਠ ਗਿਆ। ਥੋੜੀ ਦੇਰ ਬੈਠਾ ਰਿਹਾ, ਫਿਰ ਨਾਲਦਿਆਂ ਨੂੰ ਪੁੱਛਿਆ ਅੱਬੂ ਕਿੱਥੇ ਹੈ? ਕਿਸੇ ਨੂੰ ਪਤਾ ਨਹੀਂ ਸੀ। ਫਿਰ ਮਹਾਰਾਜ ਦੇ ਨਜ਼ਦੀਕ ਗਿਆ, ਜੀ ਬਾਬਾ ਜੀ ਅੱਬੂ ਕਿਵੇਂ ਹੈ? ਅੱਬੂ ਕਿੱਥੇ ਹੈ? ਬਾਬੇ ਕਹਿਆ ਤੁਸਾਂ ਦੇ ਅੱਬੂ ਨਿੱਜ ਘਰ ਚਲੇ ਗਏ ਹਨ ਸ਼ਾਹਜ਼ਾਦ ਪੁੱਤਰ। ਜਿਹੜੇ ਨਿੱਜ ਘਰ ਚਲੇ ਜਾਵਣ ਤਿਨਾਂ ਦਾ ਸੋਗ ਨਹੀਂ ਕਰਨਾ, ਤਿਨਾਂ ਦੇ ਨਾਂ ਦਾ ਸਿਰੋਪਾਓ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਤੈਅ ਕਰਕੇ ਤਲਵੰਡੀ ਪੁੱਜਾ ਹਾਂ। ਮੰਗੋ ਸ਼ਾਹਜ਼ਾਦ ਪੁੱਤਰ, ਜੋ ਮੰਗੋਗੇ ਸੋ ਦਿਆਂਗੇ। ਸ਼ਾਹਜ਼ਾਦ ਕਹਿਆ ਜੀ ਬਾਬਾ ਜੀ ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ, ਦੁਨੀਆ ਵਿੱਚ ਵਿੱਦਿਆ ਵੰਡਦੇ ਫਿਰਦੇ ਰਹੇ, ਦੁਨੀਆ ਵਿਦਵਾਨ ਹੋ ਗਈ, ਅਕਲਵੰਦ ਹੋ ਗਈ। ਅਸੀਂ ਤਲਵੰਡੀ ਪਿੰਡ ਦੇ ਵਸਿੰਦੇ, ਅਸੀਂ ਅਨਪੜ੍ਹ ਦੇ ਅਨਪੜ੍ਹ, ਜਾਹਲ ਦੇ ਜਾਹਲ, ਮੂਰਖ ਦੇ ਮੂਰਖ। ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਪਾਸੋਂ ਮੰਗੀ ਦਾ ਕੀ ਹੁੰਦਾ ਹੈ। ਬੋਲ ਸੁਣਨੇ। ਸ਼ਾਹਜ਼ਾਦ ਕਹਿਆ ਜੀ ਅਸਾਂ ਅਨਪੜ੍ਹਾਂ ਨੂੰ, ਮੂਰਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਤੋਂ ਮੰਗੀ ਦਾ ਕੀ ਹੈ। ਬਾਬੇ ਕਹਿਆ ਸ਼ਾਹਜ਼ਾਦ ਪੁੱਤਰ
तुसां दे अप्पू नूं खाली नहीं जाण दिता असां, फैसला है असां दा, तुसां नूं खाली नहीं रहण देंगे, जो चाहो सो मंगो देंगे। हथ जोड़ के शहजाद ने कहा, फिर वो दिओ ना बाबा जो अप्पू नूं दिता सही। की मंगया सी अप्पू ने? कोई परवाह नहीं। की दिता सी? कोई लोड़ नहीं जानन दी। दो वड्डे ने संसार च महापुरख, वड्डियां चीज़ां मंगियां, वड्डियां चीज़ां दित्तियां, उन्हां दे हकदार असीं हां। महाराज ने यह बेनती सुन के भाई शहजाद के हथ च रबाब फड़ाई ते कहा, भाई मरदाना जी की याद में कीर्तन करिए। भाई शहजाद साखीकार लिखता है, तलवंडी पिंड के वासियों ने भाई मरदाना जी की याद में देर तक कीर्तन के दरिया में तीर्थ इशनान किया। इन्ना खुश है भाई शहजाद के विहार तो साखीकार लिखता है, कर्म का बली भाई शहजाद, साडा प्यारा शहजादा भाई शहजाद खान। इन्हां शब्दों नाल खिमा करो, भुल चुक की माफ़ी दिओ। साध संगत बख्शणहार, बंदा भुलनहार, गुरु महाराज का जस करते रहिए, सुनते रहिए। ये आपां होर अमीर होकर अपने घरां नूं परतांगे। महाराज दीआं असीसां उस तरह अपने ते रहन जिमें भाई बाला जी ते, जिमें भाई मरदाना जी ते, जिमें बेबे नानकी जी ते, जिमें राय बुलार खान साहब ते। बहुत बहुत मेहरबानी। वाहिगुरू जी का खालसा, वाहिगुरू जी की फतेह।